ਸਤਿ ਸ਼੍ਰੀ ਅਕਾਲ ਸਟੂਡੈਂਟਸ। ਪੰਜਾਬ ਕੋਆਪਰੇਟਿਵ ਬੈਂਕ ਐਗਜ਼ਾਮ ਦੀ ਬੈਂਕਿੰਗ ਸੀਰੀਜ਼ ਦੇ ਵਿੱਚ ਅੱਜ ਦਾ ਜਿਹੜਾ ਟੌਪਿਕ ਹੈ ਬੈਂਕਿੰਗ ਟਰਮੀਨੋਲੋਜੀ ਨਾਲ ਰਿਲੇਟਡ ਹੈ ਔਰ ਇਹਦੇ ਵਿੱਚ ਹੀ ਅਸੀਂ ਮਨੀ ਮਾਰਕੀਟ ਦੇ ਵਿੱਚ ਜੋ ਇੰਸਟਰੂਮੈਂਟਸ ਯੂਜ਼ ਹੁੰਦੇ ਨੇ ਉਹ ਵੀ ਨਾਲ ਹੀ ਕਵਰ ਕਰਾਂਗੇ, ਰਾਈਟ। ਸੋ ਇਹਨੂੰ ਐਂਡ ਤੱਕ ਜ਼ਰੂਰ ਦੇਖ ਲਿਓ। ਕਾਫੀ ਟਰਮਸ ਜਿਹੜੀਆਂ ਇੰਪੋਰਟੈਂਟ ਨੇ ਔਰ ਇਹਦੇ ਵਿੱਚੋਂ ਵਨ ਲਾਈਨਰ ਕੁਐਸਚਨਸ ਬਹੁਤ ਆਰਾਮ ਨਾਲ ਬਣ ਜਾਂਦੇ ਨੇ, ठीक है। और वीडियोज़ अच्छियाँ लग रही हैं तो प्लीज़ लाइक ज़रूर कर दिया करो, शेयर कर दिया करो। चैनल नू सबसक्राइब नहीं किया तो सबसक्राइब ज़रूर करियो और अगर सपोर्ट कर सकते हो तो चैनल नू ज्वाइन करके सपोर्ट भी करियो। तो चलो स्टार्ट करते हैं। कुछ टर्म्स आउणगीਆਂ ਜਿਹੜੀਆਂ कि ਅਸੀਂ लास्ट लैक्चर ਦੇ ਵਿੱਚ ਜਦੋਂ ਮਨੀ ਸਪਲਾਈ ਕੀਤਾ ਸੀਗਾ ਉਹਦੇ ਵਿੱਚ ਅਸੀਂ ਡਿਸਕਸ ਕੀਤੀਆਂ ਸੀ ਵਿਦ ਐਗਜ਼ਾਮਪਲਸ ਬਹੁਤ ਹੀ ਡਿਟੇਲ ਦੇ ਨਾਲ। ਸੋ ਇਹਦੇ ਵਿੱਚ ਮੈਂ ਇੰਨੀ ਡਿਟੇਲ 'ਚ ਨਹੀਂ ਜਾਊਂਗੀ, ਅਦਰਵਾਈਜ਼ ਬਹੁਤ ਲੈਂਥੀ ਹੋ ਜਾਊਗੀ, ਰਾਈਟ। ਸੋ ਮੈਂ ਇਹ ਐਜ਼ਿਊਮ ਕਰਕੇ ਚੱਲ ਰਹੀ ਹਾਂ ਕਿ ਤੁਸੀਂ ਪਿਛਲੀ ਵੀਡੀਓ ਦੇਖੀ ਹੈ, ਰਾਈਟ। ਸੋ ਇਹਦੇ ਵਿੱਚ ਮੈਂ ਸਿਰਫ ਤੁਹਾਨੂੰ ਮਤਲਬ ਸਮਝਾਵਾਂਗੀ, ਜਿੱਥੇ ਜ਼ਰੂਰਤ ਹੋਏਗੀ ਜ਼ਿਆਦਾ ਐਕਸਪਲੇਨ ਕਰਨ ਦੀ ਸਿਰਫ ਉੱਥੇ ਕਰਾਂਗੀ। ਸੋ ਮੌਰਟਗੇਜ ਸਭ ਤੋਂ ਪਹਿਲਾਂ ਮੌਰਟਗੇਜ ਕੀ ਹੈ? ਇਟ ਇਜ਼ ਅ ਕਾਈਂਡ ਆਫ ਸਿਕਿਉਰਿਟੀ ਵਿਚ ਵਨ ਆਫਰਸ ਫॉर ਟੇਕਿੰਗ ਐਨ ਐਡਵਾਂਸ ਔਰ ਲੋਨ ਫਰੋਮ ਸਮਵਨ। ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ ਐਜ਼ ਅ ਕੋਲੇਟਰਲ ਬੈਂਕ ਕੋਲ ਰੱਖਦੇ ਹਾਂ, ਠੀਕ ਹੈ, ਗਿਰਵੀ ਰੱਖਦੇ ਹਾਂ, ਉਹਨੂੰ ਆਪਾਂ ਮੌਰਟਗੇਜ ਕਹਿੰਦੇ ਹਾਂ। ਦੈਨ ਉਸ ਤੋਂ ਬਾਅਦ ਆਉਂਦਾ ਰੈਪੋ ਰੇਟ। ਰੈਪੋ ਰੇਟ ਕੀ ਹੁੰਦਾ ਆ? ਜਦੋਂ RBI ਕਿਸੇ ਵੀ ਕਮਰਸ਼ੀਅਲ ਬੈਂਕ ਨੂੰ ਸ਼ਾਰਟ ਟਰਮ ਪਰਪਸ ਲਈ ਸਪੈਸ਼ਲੀ 1 to 90 ਡੇਜ਼ ਲੋਨ ਪ੍ਰੋਵਾਈਡ ਕਰਦੀ ਹੈ ਔਰ ਉਸ ਟਾਈਮ 'ਤੇ ਉਹ ਜਿਹੜਾ ਇੰਟਰਸਟ ਚਾਰਜ ਕਰਦੀ ਹੈ ਕਮਰਸ਼ੀਅਲ ਬੈਂਕ ਤੋਂ ਉਹਨੂੰ ਅਸੀਂ ਰੈਪੋ ਰੇਟ ਕਹਿੰਦੇ ਹਾਂ। ਔਰ ਰਿਵਰਸ ਰੈਪੋ ਰੇਟ ਉਦੋਂ ਹੁੰਦਾ ਜਦੋਂ ਕੋਈ ਵੀ ਬੈਂਕ, ਜਿਵੇਂ ਤੁਹਾਨੂੰ ਪ੍ਰੀਵੀਅਸਲੀ ਦੱਸਿਆ ਸੀਗਾ ਕਿ ਜਦੋਂ ਬੈਂਕਸ ਦੇ ਕੋਲ ਉਹਨਾਂ ਦੀ ਜੋ ਵੀ ਲਿਕੁਇਡਿਟੀ ਹੁੰਦੀ ਹੈ, ਅਗਰ ਉਹਨੂੰ ਜੋ ਰਿਕੁਆਇਰਡ ਹੈ ਉਹਨੂੰ ਆਪਾਂ ਰਿਕੁਆਇਰਡ ਰਿਜ਼ਰਵਸ ਕਹਿੰਦੇ ਹਾਂ, ਜਿਵੇਂ CRR SLR ਵਗੈਰਾ, ਹੈ ਨਾ। ਬਟ ਜੇਕਰ ਐਕਸੈਸ ਦੇ ਵਿੱਚ ਰਿਜ਼ਰਵਸ ਹੋਣ ਤਾਂ ਉਹ ਫਿਰ RBI ਦੇ ਕੋਲ ਪਾਰਕ ਕਰ ਦਿੰਦਾ। ਜਦੋਂ ਉਹ RBI ਦੇ ਕੋਲ ਪਾਰਕ ਕਰਦਾ ਅਤੇ ਉਸ ਕੇਸ ਦੇ ਵਿੱਚ ਜਿਹੜਾ RBI ਹੈ ਉਹ ਬੈਂਕਸ ਨੂੰ ਕੁਛ ਇੰਟਰਸਟ ਦਿੰਦਾ ਹੈ, ਜਿਹਨੂੰ ਕੀ ਕਹਿੰਦੇ ਨੇ? ਰਿਵਰਸ ਰੈਪੋ ਰੇਟ। ਸੋ ਵੈਨ ਬੈਂਕ ਡਿਪੋਜ਼ਿਟਸ ਇਟਸ ਐਕਸੈਸ ਮਨੀ ਇਨ RBI ਦੈਨ RBI ਪ੍ਰੋਵਾਈਡ ਸਮ ਇੰਟਰਸਟ ਟੂ ਦੈਟ ਬੈਂਕ, ਜਿਹਨੂੰ ਕੀ ਕਹਿੰਦੇ ਨੇ? ਰਿਵਰਸ ਰੈਪੋ ਰੇਟ। ਸਿਮਿਲਰਲੀ SLR ਵੀ ਆਪਾਂ ਡਿਸਕਸ ਕੀਤਾ ਸੀ। SLR ਐਟ ਪ੍ਰੈਜ਼ੈਂਟ 18% ਹੈ, ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਬੈਂਕ ਜਿਹੜੇ ਆ ਆਪਣੇ ਟੋਟਲ ਡਿਪੋਜ਼ਿਟਸ ਦੀ ਕੁਛ ਪਰਸੈਂਟੇਜ, ਹੈ ਨਾ। ਮੈਂ ਤੁਹਾਨੂੰ ਇਹ ਨਹੀਂ ਸੀ ਦੱਸਿਆ ਉਹਦੇ ਵਿੱਚ ਕਿ ਮਤਲਬ ਉਹ ਬੈਂਕ ਵਰਥ ਦਾ ਲੈਂਦੇ ਆ। ਅਗਰ ਤੁਹਾਨੂੰ ਯਾਦ ਹੋਏ ਇਹ ਚੀਜ਼, ਇਹ ਫੈਕਟ ਨੂੰ ਬਹੁਤ ਅੱਛੀ ਤਰ੍ਹਾਂ ਸਮਝਣਾ ਹੈ। ਟੋਟਲ ਬੈਂਕ ਦੀ ਵਰਥ ਕਿੰਨੀ ਹੈ ਉਹਦਾ ਪਰਸੈਂਟੇਜ ਨਹੀਂ ਹੁੰਦਾ। ਜਿਹੜੀ SLR ਜਾਂ CRR ਹੈ ਇਹ ਜੋ ਨੈਟ ਡਿਮਾਂਡ ਅਤੇ ਟਾਈਮ ਲਾਇਬਿਲਿਟੀਜ਼ ਹੈ। ਆਪਾਂ ਡਿਸਕਸ ਕੀਤਾ ਸੀ ਡਿਮਾਂਡ ਡਿਪੋਜ਼ਿਟਸ ਕੀ ਹੁੰਦੇ, ਟਾਈਮ ਡਿਪੋਜ਼ਿਟਸ ਕੀ ਹੁੰਦੇ। ਡਿਮਾਂਡ ਡਿਪੋਜ਼ਿਟਸ ਮਤਲਬ ਤੁਹਾਨੂੰ ਡਿਮਾਂਡ ਹੈ, ਤੁਹਾਨੂੰ ਜ਼ਰੂਰਤ ਹੈ, ਤੁਸੀਂ ਪੈਸੇ ਕਢਾ ਲਏ ਜਿਵੇਂ ATM ਦੇ ਵਿੱਚੋਂ। ਔਰ ਟਾਈਮ ਡਿਪੋਜ਼ਿਟਸ ਹੁੰਦਾ ਕਿ ਜਿੱਦਾਂ ਫਿਕਸ ਟਰਮ ਲਈ ਤੁਸੀਂ ਪੈਸੇ ਜਮ੍ਹਾਂ ਕਰਾਉਂਦੇ ਹੋ ਤਾਂ ਤੁਹਾਨੂੰ ਲੌਂਗ ਟਰਮ ਲਈ ਉੱਤੇ ਵਿਆਜ ਮਿਲਦਾ, ਜਿਵੇਂ 5 ਸਾਲ ਲਈ ਜਿਵੇਂ ਆਪਾਂ FDs ਵਗੈਰਾ ਕਰਾਉਂਦੇ ਹਾਂ, ਰਾਈਟ। ਸੋ ਇਹ SLR ਜਿਹੜਾ ਹੈ ਇਹ ਉਹਨੂੰ ਕਾਊਂਟ ਕਰਕੇ ਨੈਟ ਡਿਮਾਂਡ ਅਤੇ ਟਾਈਮ ਲਾਇਬਿਲਿਟੀਜ਼ ਦਾ ਕੁਛ ਪਰਸੈਂਟੇਜ ਜਿਹੜਾ ਆ ਉਹ ਬੈਂਕਸ ਰੱਖਦੇ ਆ ਆਪਣੇ ਕੋਲ, ਹੈ ਨਾ। ਕਿਉਂਕਿ ਬੈਂਕ ਹੁਣ ਸਾਰਾ ਪੈਸਾ ਤਾਂ ਲੋਨ 'ਚ ਦੇ ਨਹੀਂ ਸਕਦੇ। ਅਗਰ ਬੈਂਕ ਸਾਰਾ ਪੈਸਾ ਲੋਨ 'ਚ ਦੇ ਦੇਣਗੇ ਅਤੇ ਅਗਰ ਰਨ ਔਨ ਬੈਂਕ ਹੋ ਗਿਆ, ਰਨ ਔਨ ਬੈਂਕ ਕੀ ਹੁੰਦਾ ਹੈ ਕਿ ਜਦੋਂ ਸਾਰੇ ਲੋਕ ਇਕੱਠੇ ਹੋ ਜਾਣ, ਅਗਰ ਲੋਕਾਂ ਨੂੰ ਲੱਗੇ ਕਿ ਬੈਂਕ ਕਰਪਟ ਹੋਣ ਵਾਲਾ ਆ, ਠੀਕ ਹੈ, ਸੋ ਉਸ ਕੇਸ ਦੇ ਵਿੱਚ ਬੈਂਕਸ ਕੋਲ ਲੋਕ ਪੈਸੇ ਲੈਣ ਆ ਜਾਂਦੇ ਆ ਆਪਣੇ ਜਿਹੜੇ ਜਮ੍ਹਾਂ, ਜਿਵੇਂ ਆ PMC ਦੇ ਵਿੱਚ ਲਾਸਟ ਹੋਇਆ ਸੀਗਾ, ਰਾਈਟ। ਸੋ ਉਹਨੂੰ ਕਹਿੰਦੇ ਰਨ ਔਨ ਬੈਂਕ, ਜਦੋਂ ਲੋਕ ਇਕੱਠੇ ਹੋ ਕੇ ਪੈਸੇ ਕਢਵਾਉਣੇ ਸ਼ੁਰੂ ਕਰ ਦਿੰਦੇ ਆ। ਸੋ ਜਿਹੜਾ 2008 ਦੇ ਵਿੱਚ ਰਿਸੈਸ਼ਨ ਆਇਆ ਸੀਗਾ USA ਦੇ ਵਿੱਚ ਲੇਮਨ ਬੈਂਕ 'ਚ, ਉਹਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੋਇਆ ਸੀਗਾ। ਸੋ ਇਸ ਕੇਸ ਦੇ ਵਿੱਚ ਬੈਂਕਸ ਜਿਹੜੇ ਆ ਉਸ ਇਸ ਲਈ ਸਾਰਾ ਪੈਸਾ ਜਿਹੜਾ ਲੋਨ 'ਚ ਨਹੀਂ ਦਿੰਦੇ। ਸੋ ਕੁਝ ਪਰਸੈਂਟੇਜ ਉਹਨਾਂ ਨੇ ਆਪਣੇ ਕੋਲ ਜਿਹੜਾ ਰੱਖਣਾ ਹੁੰਦਾ। ਸੋ ਤੁਸੀਂ ਜਦੋਂ ਨੋਟ ਕੀਤਾ ਹੋਏਗਾ ਕਦੀ ਤੁਸੀਂ 4 ਵਜੇ ਤੋਂ ਬਾਅਦ ਬੈਂਕ ਗਏ ਹੋਵੋ ਤੇ ਕਹਿ ਦਿੰਦੇ ਆ ਕਿ ਨਹੀਂ ਹੁਣ ਨਹੀਂ ਉਹਨਾਂ ਨੇ ਤੁਹਾਨੂੰ ਅਟੈਂਡ ਕਰਨਾ, ਵੀ ਹੁਣ ਉੱਥੇ ਕੈਸ਼ ਕਾਊਂਟ ਹੋ ਰਿਹਾ। ਸੋ ਉਹ ਬੇਸਿਕਲੀ ਡਿਪੋਜ਼ਿਟਸ ਦਾ ਉਹ ਪਰਸੈਂਟੇਜ ਜਿਹੜਾ ਕਾਊਂਟ ਹੋ ਰਿਹਾ ਹੁੰਦਾ ਆ ਵੀ ਜਿਹੜਾ ਉਹਨਾਂ ਨੇ SLR ਅਤੇ CRR ਨੂੰ ਮੇਨਟੇਨ ਕਰਕੇ ਰੱਖਣਾ ਹੁੰਦਾ। ਸੋ ਇਹ ਐਵਰੀਡੇ ਬੇਸਿਸ ਦੇ ਉੱਤੇ ਜਿਹੜਾ ਆ ਕਰਕੇ ਰੱਖਦੇ ਆ। ਦੈਨ ਨੈਕਸਟ ਹੈ ਪਲਾਸਟਿਕ ਮਨੀ। ਪਲਾਸਟਿਕ ਮਨੀ ਕੀ ਹੈ? ਜਿਹੜੇ ਆਪਾਂ ਕ੍ਰੈਡਿਟ ਕਾਰਡ, ਡੈਬਿਟ ਕਾਰਡ, ATMs ਵਗੈਰਾ ਜਾਂ ਇੰਟਰਨੈਸ਼ਨਲ ਬੈਂਕ ਕਾਰਡਸ ਜਿਹੜੇ ਯੂਜ਼ ਕਰਦੇ ਆ ਉਹਨੂੰ ਕਹਿੰਦੇ ਆ ਪਲਾਸਟਿਕ ਮਨੀ। ਦੈਨ ਪੁਆਇੰਟ ਆਫ ਸੇਲ। ਪੁਆਇੰਟ ਆਫ ਸੇਲ ਉਹ ਲੋਕੇਸ਼ਨ ਹੁੰਦੀ ਹੈ ਜਿੱਥੇ ਆਪਾਂ ਆਪਣੇ ਕਾਰਡ ਦੇ ਥਰੂ ਟ੍ਰਾਂਜੈਕਸ਼ਨ ਕੀਤੀ ਹੈ ਕੋਈ ਵੀ, ਠੀਕ ਹੈ। ਜਿੱਥੇ ਵੀ ਮੰਨ ਲਓ ਤੁਸੀਂ ਕਿਸੇ ਮੌਲ 'ਚ ਚਲੇ ਗਏ, ਹੈ ਨਾ, ਜਾਂ ਕਿਸੇ ਪੀਜ਼ਾ ਹੱਟ 'ਤੇ ਚਲੇ ਗਏ, ਉੱਥੇ ਤੁਸੀਂ ਮਤਲਬ ਟ੍ਰਾਂਜੈਕਸ਼ਨ ਕੀਤੀ ਕਾਰਡ ਦੇ ਥਰੂ, ਅਤੇ ਉਹ ਪੁਆਇੰਟ ਆਫ ਸੇਲ ਹੈ, ਉਹ ਲੋਕੇਸ਼ਨ ਜਿਹੜੀ ਹੈ, ਰਾਈਟ। ਦੈਨ ਉਸ ਤੋਂ ਬਾਅਦ ਹੈਗਾ ਪ੍ਰਾਈਮ ਲੈਂਡਿੰਗ ਰੇਟ। ਪ੍ਰਾਈਮ ਲੈਂਡਿੰਗ ਰੇਟ ਉਹ ਰੇਟ ਆਫ ਇੰਟਰਸਟ ਹੁੰਦਾ ਹੈ ਜਿੱਤੇ 'ਤੇ ਬੈਂਕ ਲੋਨਸ ਦਿੰਦੇ ਨੇ ਆਪਣੇ ਮੋਸਟ ਰਿਲਾਇਬਲ ਕਸਟਮਰਸ ਨੂੰ, ਯਾਨੀ ਕਿ ਜਿਨ੍ਹਾਂ ਦੇ ਉੱਤੇ ਬੈਂਕ ਨੂੰ ਲੱਗੇ ਕਿ ਸਾਨੂੰ ਜ਼ੀਰੋ ਰਿਸਕ ਹੈ। ਜ਼ੀਰੋ ਰਿਸਕ ਮਤਲਬ ਕਿ ਕੱਲ੍ਹ ਨੂੰ ਇਹ ਕਸਟਮਰਸ ਜਿਹੜੇ ਆ ਡਿਫੋਲਟ ਨਹੀਂ ਕਰਨਗੇ, ਰਾਈਟ। ਦੈਨ ਆਉਂਦਾ ਰਿਟੇਲ ਬੈਂਕਿੰਗ। ਰਿਟੇਲ ਬੈਂਕਿੰਗ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਅਸੀਂ ਸਿਰਫ ਕਸਟਮਰਸ ਦੀ ਗੱਲ ਕਰਦੇ ਹਾਂ ਕਿ ਜਿਵੇਂ ਕਸਟਮਰਸ ਦੇ ਨਾਲ ਜੋ ਵੀ ਡੀਲਿੰਗ ਹੁੰਦੀ ਹੈ ਬੈਂਕ ਦੀ, ਉਹਨੂੰ ਆਪਾਂ ਰਿਟੇਲ ਬੈਂਕਿੰਗ ਕਹਿੰਦੇ ਹਾਂ। ਇਸੇ ਲਈ ਇਹਨੂੰ ਕੰਜ਼ਿਊਮਰ ਬੈਂਕਿੰਗ ਵੀ ਕਹਿੰਦੇ ਆ ਅਤੇ ਪਰਸਨਲ ਬੈਂਕਿੰਗ ਵੀ ਕਹਿੰਦੇ ਆ। ਔਨ ਦੀ ਅਦਰ ਹੈਂਡ ਅਗਰ ਆਪਾਂ ਯੂਨੀਵਰਸਲ ਬੈਂਕਿੰਗ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਬੈਂਕ ਦੀਆਂ ਬਾਕੀ ਸਾਰੀਆਂ ਐਕਟੀਵਿਟੀਜ਼ ਵੀ ਆ ਜਾਂਦੀਆਂ ਨੇ, ਜਿਵੇਂ ਬੈਂਕਸ ਕਿਤੇ ਇਨਵੈਸਟਮੈਂਟ ਕਰਦੇ ਨੇ,
ਬੈਂਕਸ ਜਿਹੜੇ ਨੇ ਸਾਨੂੰ ਇਸ਼ੂ ਕਰਦੇ ਨੇ ਡੈਬਿਟ ਕਾਰਡਸ, ਕ੍ਰੈਡਿਟ ਕਾਰਡਸ। ਸੋ ਇਹਦੇ ਵਿੱਚ ਸਾਰੀਆਂ ਜੋ ਵੀ ਬੈਂਕਿੰਗ ਐਕਟੀਵਿਟੀਜ਼ ਹੁੰਦੀਆਂ ਨੇ ਉਹ ਯੂਨੀਵਰਸਲ, ਮਤਲਬ ਕਸਟਮਰ ਰਿਟੇਲ ਬੈਂਕਿੰਗ ਇਜ਼ ਅ ਪਾਰਟ ਆਫ ਯੂਨੀਵਰਸਲ ਬੈਂਕਿੰਗ, ਬਟ ਯੂਨੀਵਰਸਲ ਬੈਂਕਿੰਗ ਇਜ਼ ਅ ਬਰੋਡ ਕਨਸੈਪਟ, ਰਾਈਟ। ਦੈਨ ਉਸ ਤੋਂ ਬਾਅਦ ਹੈ ਵਰਚੁਅਲ ਬੈਂਕਿੰਗ। ਵਰਚੁਅਲ ਬੈਂਕਿੰਗ ਹੈਗੀ ਹੈ ਇੰਟਰਨੈਟ ਬੈਂਕਿੰਗ ਸਿੰਪਲੀ, ਠੀਕ ਹੈ, ਜਿਹਨੂੰ ਵਰਲਡ ਵਾਈਡ ਵੈਬ ਜਿਹੜਾ ਕੰਟਰੋਲ ਕਰਦਾ ਹੈ। ਦੈਨ ਹੋਲਸੇਲ ਬੈਂਕਿੰਗ। ਹੋਲਸੇਲ ਬੈਂਕਿੰਗ ਵੀ ਸਿਮਿਲਰ ਹੁੰਦੀ ਹੈ ਰਿਟੇਲ ਬੈਂਕਿੰਗ। ਰਿਟੇਲ ਬੈਂਕਿੰਗ ਜਿਹਦੇ ਵਿੱਚ ਕਸਟਮਰਸ ਨਾਲ ਡਾਇਰੈਕਟਲੀ ਡੀਲ ਕਰਦੇ ਆ, ਔਰ ਇਹਦੇ ਵਿੱਚ ਕਸਟਮਰਸ ਜਿਹੜੇ ਹੁੰਦੇ ਬਿਗ ਹਾਊਸਿਸ ਹੁੰਦੇ, ਜਿਵੇਂ ਇੰਡਸਟਰੀਅਲ ਕਲਾਇੰਟਸ ਹੁੰਦੇ ਨੇ, ਇੰਸਟੀਟਿਊਸ਼ਨਲ ਕਲਾਇੰਟਸ ਹੁੰਦੇ ਨੇ, ਰਾਈਟ। ਸੋ ਹੋਲਸੇਲ ਬੈਂਕਿੰਗ ਜਿਹੜੀ ਹੈ ਮੇਨਲੀ ਉਹਨਾਂ ਦੀਆਂ ਨੀਡਸ ਨੂੰ ਫੋਕਸ ਕਰਦੀ ਹੈ। ਦੈਨ ਉਸ ਤੋਂ ਬਾਅਦ ਹੁੰਦਾ ਜ਼ੀਰੋ ਕੂਪਨ ਬੌਂਡ। ਜ਼ੀਰੋ ਕੂਪਨ ਬੌਂਡ ਜਿਹੜੇ ਹੁੰਦੇ ਆ ਦੈਟ ਇਜ਼ ਸੋਲਡ ਐਟ ਡਿਸਕਾਊਂਟ। ਇਹਦਾ ਮਤਲਬ ਇਹ ਨਹੀਂ ਹੈ ਕਿ ਇਹਨਾਂ 'ਤੇ ਜ਼ੀਰੋ ਇੰਟਰਸਟ ਹੁੰਦਾ ਹੈ ਜਾਂ ਫਿਰ ਇਹਨਾਂ 'ਤੇ ਕੋਈ ਕੂਪਨ ਹੁੰਦਾ, ਕੋਈ ਕੂਪਨ ਵਗੈਰਾ ਨਹੀਂ ਹੁੰਦਾ। ਇਹਨਾਂ ਨੂੰ ਬੇਸਿਕਲੀ ਔਕਸ਼ਨ ਇਹਨਾਂ ਦੀ ਕੀਤੀ ਜਾਂਦੀ, ਨਿਲਾਮੀ ਕੀਤੀ ਜਾਂਦੀ ਹੈ ਕਿ ਜਿਵੇਂ ਮਤਲਬ ਗਵਰਨਮੈਂਟ ਨੂੰ ਐਮਰਜੈਂਸੀ ਬੇਸਿਸ 'ਤੇ ਇਹਦੀ ਜ਼ਰੂਰਤ ਹੈ, ਅਤੇ ਗਵਰਨਮੈਂਟ ਕੀ ਕਰੇਗੀ, ਮੰਨ ਲਓ ਉਹਨਾਂ ਨੇ 100 ਕਰੋੜ ਦੇ ਜਿਹੜੇ ਬੌਂਡਸ ਹੈ ਉਹ ਇਸ਼ੂ ਕਰ ਦਿੱਤੇ ਆ, ਰਾਈਟ। ਸੋ ਇਹਦੀ ਫੇਸ ਵੈਲਿਊ ਜਿਹੜੀ 100 ਕਰੋੜ ਹੈ, ਬਟ ਗਵਰਨਮੈਂਟ ਨੂੰ ਮਿਲਣਗੇ ਕਿੰਨੇ, 95 ਕਰੋੜ। ਸੋ ਉਹ ਜਿਹੜੇ ਲੋਕ ਜਿਨ੍ਹਾਂ ਨੇ ਬੌਂਡਸ ਖਰੀਦੇ ਹੋਣਗੇ ਉਹ 5 ਕਰੋੜ ਰੁਪਏ ਦੇ 'ਤੇ ਜਿਹੜਾ ਆ ਉਹ ਬੈਨੀਫਿਟ ਜਿਹੜਾ ਗੇਨ ਕਰਨਗੇ, ਠੀਕ ਹੈ। ਸੋ ਗਵਰਨਮੈਂਟ ਜਦੋਂ ਉਹਨਾਂ ਨੂੰ ਰਿਟਰਨ ਕਰੇਗੀ ਅਤੇ ਗਵਰਨਮੈਂਟ ਉਹਨਾਂ ਨੂੰ 100 ਕਰੋੜ ਰੁਪਇਆ ਹੀ ਰਿਟਰਨ ਕਰੇਗੀ। ਸੋ ਇਹਦਾ ਫੇਸ ਵੈਲਿਊ ਦੇ ਵਿੱਚ ਅਤੇ ਐਕਚੁਅਲ ਵੈਲਿਊ ਦੇ ਵਿੱਚ ਫਰਕ ਹੁੰਦਾ। ਜਿਵੇਂ ਇਹਦੇ ਵਿੱਚ ਫੇਸ ਵੈਲਿਊ 100 ਆ ਅਤੇ ਐਕਚੁਅਲ ਵੈਲਿਊ ਕਿੰਨੀ ਹੋ ਗਈ, 95 ਕਰੋੜ, ਰਾਈਟ, ਜਿਹਨੂੰ ਆਪਾਂ ਔਕਸ਼ਨਡ ਵੈਲਿਊ ਬੋਲ ਦਾਂਗੇ। ਦੈਨ ਉਸ ਤੋਂ ਬਾਅਦ ਹੈ ਸਲਿਪੇਜ। ਸਲਿਪੇਜ ਕੀ ਹੈ, ਡਿਫਰੈਂਸ ਬਿਟਵੀਨ ਐਕਸਪੈਕਟਡ ਪ੍ਰਾਈਸ ਆਫ ਟਰੇਡ ਐਂਡ ਪ੍ਰਾਈਸ ਐਟ ਵਿਚ ਟਰੇਡ ਇਜ਼ ਐਕਚੁਅਲੀ ਐਗਜ਼ੀਕਿਊਟਡ। ਮਤਲਬ ਐਕਚੁਅਲ ਦੇ ਵਿੱਚ ਪ੍ਰਾਈਸ ਕੀ ਹੈ, ਮੰਨ ਲਓ 100 ਰੁਪਏ ਪ੍ਰਾਈਸ ਰੱਖਿਆ ਹੋਇਆ ਆ, ਪਰ ਜਿਹਦੇ 'ਤੇ ਟਰੇਡ ਕੈਰੀ ਆਊਟ ਹੋਇਆ ਉਹ 80 ਰੁਪਏ ਹੈ। ਸੋ ਉਹਦੇ ਵਿਚਲਾ ਜਿਹੜਾ ਡਿਫਰੈਂਸ ਹੈ 20 ਰੁਪਏ ਦਾ, ਉਹਨੂੰ ਆਪਾਂ ਸਲਿਪੇਜ ਬੋਲ ਦਾਂਗੇ। ਦੈਨ ਉਸ ਤੋਂ ਬਾਅਦ ਹੈਗਾ ਚੈੱਕ ਟਰੰਕੇਸ਼ਨ। ਦੇਖੋ ਟਰੰਕੇਸ਼ਨ ਦਾ ਮਤਲਬ ਹੁੰਦਾ ਹੈ ਟਰੰਕੇਟਸ ਕਰਨਾ, ਕਿਸੇ ਚੀਜ਼ ਨੂੰ ਸਟਾਪ ਕਰਨਾ। ਅਤੇ ਜਦੋਂ ਆਪਾਂ ਚੈੱਕਸ ਦੇ ਫਲੋ ਨੂੰ ਬੈਂਕਿੰਗ ਸਿਸਟਮ ਦੇ ਥਰੂ ਸਟਾਪ ਕਰਦੇ ਹਾਂ ਉਹਨੂੰ ਆਪਾਂ ਚੈੱਕ ਟਰੰਕੇਸ਼ਨ ਬੋਲਦੇ ਹਾਂ। ਜਨਰਲੀ ਜਿਹੜੀ ਟਰੰਕੇਸ਼ਨ ਹੁੰਦੀ ਹੈ ਕਲੈਕਟਿੰਗ, ਜਿਹੜੀ ਚੈੱਕ ਕਲੈਕਟ ਕਰਦੀ ਹੈ ਉਹਦੇ ਵੱਲੋਂ ਹੀ ਕੀਤੀ ਜਾਂਦੀ ਹੈ। ਉਹ ਕੀ ਕਰਦੀ ਹੈ ਕਿ ਜਿਹੜੇ ਬ੍ਰਾਂਚ ਨੇ ਉਹ ਚੈੱਕ ਪੇ ਕਰਨਾ ਹੁੰਦਾ ਆ, ਠੀਕ ਹੈ, ਉਹਨਾਂ ਨੂੰ ਇਲੈਕਟ੍ਰੋਨਿਕ ਇਮੇਜ ਜਿਹੜੀ ਹੈ ਭੇਜ ਦਿੱਤੀ ਜਾਂਦੀ ਹੈ ਉਸ ਚੈੱਕ ਦੀ, ਜਦਕਿ ਜਿਹੜਾ ਓਰੀਜਨਲ ਚੈੱਕ ਹੁੰਦਾ ਪੇਪਰ ਚੈੱਕ ਦੀ ਫਾਰਮ ਦੇ ਵਿੱਚ ਉਹ ਬ੍ਰਾਂਚ ਜਿਹਦੇ ਕੋਲ ਕਲੈਕਟਿੰਗ ਬ੍ਰਾਂਚ ਜਿਹੜੀ ਹੁੰਦੀ ਹੈ ਉਹ ਆਪਣੇ ਕੋਲ ਹੀ ਰੱਖਦੀ ਹੈ। ਦੈਨ ਹੈ ਕ੍ਰੋਸਿੰਗ ਆਫ ਚੈੱਕਸ। ਕ੍ਰੋਸਿੰਗ ਆਫ ਚੈੱਕਸ ਦਾ ਮਤਲਬ ਕਿ ਆਪਾਂ ਦੋ ਪੈਰਲਲ ਲਾਈਨਸ ਡਰਾ ਕਰ ਦਿੰਦੇ ਹਾਂ ਚੈੱਕ ਦੇ ਸਾਹਮਣੇ ਵਾਲੇ ਪਾਸੇ, ਹੈ ਨਾ। ਕਾਫੀ ਜਣਿਆਂ ਨੇ ਦੇਖਿਆ ਵੀ ਹੋਊਗਾ, ਜਿੱਦਾਂ ਤੁਸੀਂ ਜੋਬ ਕਿਤੇ ਕਰਦੇ ਅਤੇ ਉਹ ਵੀ ਤੁਹਾਡਾ ਇੱਕ ਕ੍ਰੋਸ ਚੈੱਕ ਲੈਂਦੇ ਨੇ। ਸੋ ਉਸ ਕੇਸ ਦੇ ਵਿੱਚ ਜਿਹੜਾ ਤੁਹਾਨੂੰ ਚੈੱਕ ਹੁੰਦਾ ਉਹ ਕਾਊਂਟਰ 'ਤੇ ਜਾ ਕੇ ਤੁਹਾਨੂੰ ਕੈਸ਼ ਨਹੀਂ ਮਿਲਦਾ, ਉਸ ਕੇਸ ਦੇ ਵਿੱਚ ਤੁਹਾਨੂੰ ਬਾਅਦ ਵਿੱਚ ਕੀ ਹੈ ਟਰਾਂਸਫਰ ਹੋ ਕੇ ਤੁਹਾਡੇ ਪੈਸੇ ਜਿਹੜੇ ਅਕਾਊਂਟ ਦੇ ਵਿੱਚ ਆਉਂਦੇ ਨੇ। ਦੈਨ ਉਸ ਤੋਂ ਬਾਅਦ ਇਹਦੇ ਵਿੱਚ ਦੋ ਤਰ੍ਹਾਂ ਦੀ ਕ੍ਰੋਸਿੰਗ ਹੁੰਦੀ ਹੈ, ਇੱਕ ਜਨਰਲ ਕ੍ਰੋਸਿੰਗ ਹੁੰਦੀ ਹੈ, ਇੱਕ ਸਪੈਸ਼ਲ ਕ੍ਰੋਸਿੰਗ ਹੁੰਦੀ ਹੈ। ਜਨਰਲ ਕ੍ਰੋਸਿੰਗ ਦਾ ਮਤਲਬ ਕਿ ਜਿਹੜਾ ਚੈੱਕ ਹੈ ਉਹ ਕਿਸੇ ਵੀ ਬੈਂਕ ਦੇ ਥਰੂ ਤੁਹਾਨੂੰ ਟਰਾਂਸਫਰ ਹੋ ਜਾਏਗੀ ਤੁਹਾਡੇ ਪੈਸੇ, ਬਟ ਸਪੈਸ਼ਲ ਕ੍ਰੋਸਿੰਗ ਦਾ ਮਤਲਬ ਹੁੰਦਾ ਕਿ ਜਿਹੜੇ ਬੈਂਕ ਦਾ ਉੱਤੇ ਰੈਫਰੈਂਸ ਦਿੱਤਾ ਹੋਇਆ, ਬੈਂਕ ਦਾ ਨਾਮ ਲਿਖਿਆ ਹੋਇਆ, ਉਸੇ ਬੈਂਕ ਦੇ ਥਰੂ ਹੀ ਤੁਹਾਨੂੰ ਪੇਮੈਂਟ ਜਿਹੜੀ ਹੈ ਆਏਗੀ। ਦੈਨ ਉਸ ਤੋਂ ਬਾਅਦ ਹੈਗਾ ਇੰਡੈਮਨੀਫਾਇਰ। ਇੰਡੈਮਨੀਫਾਇਰ ਉਹ ਪਰਸਨ ਹੁੰਦਾ ਹੈ ਜਿਹਨੂੰ ਆਪਾਂ ਕਹਿ ਦਿੰਦੇ ਨਾ ਕਿ ਬੰਦੇ ਦੀ ਗਰੰਟੀ, ਆਪਾਂ ਜਿੱਦਾਂ ਕਿਸੇ ਨੂੰ ਪੇਮੈਂਟ ਕਰਦੇ ਹਾਂ ਹੈ ਨਾ ਐਡਵਾਂਸ ਦੇ ਵਿੱਚ, ਅਤੇ ਇੱਕ ਬੰਦਾ ਵਿੱਚ ਆਪਾਂ ਐਜ਼ ਅ ਵਿਟਨੈਸ ਲੈ ਲੈਂਦੇ ਹਾਂ ਕਿ ਉਹ ਬੰਦਾ ਜਿਹੜਾ ਗਰੰਟੀ ਪਾਉਂਦਾ ਆ ਕਿ ਕੱਲ੍ਹ ਨੂੰ ਜਿਹਦੇ ਬਿਹਾਫ ਦੇ ਉੱਤੇ ਪੈਸੇ ਚੁੱਕੇ ਗਏ ਆ ਉਹ ਬੰਦਾ ਕੱਲ੍ਹ ਨੂੰ ਡਿਫੋਲਟ ਨਾ ਕਰ ਜੇ, ਉਹਨੂੰ ਆਪਾਂ ਕਹਿ ਦਿੰਦੇ ਹਾਂ ਇੰਡੈਮਨੀਫਾਇਰ। ਅਤੇ ਇੰਡੈਮਟੀ ਹੁੰਦੀ ਹੈ, ਇੰਡੈਮਟੀ ਉਹ ਬੌਂਡ ਹੁੰਦਾ ਹੈ ਜਿਹੜਾ ਇੰਡੈਮਨੀਫਾਇਰ ਅੰਡਰਟੇਕ ਕਰਦਾ ਹੈ ਕਿ ਕੱਲ੍ਹ ਨੂੰ ਜੇ ਮੰਨ ਲਓ ਉਹ ਥਰਡ ਪਾਰਟੀ ਹੈ ਨਾ ਜਿਹਦੇ ਬੇਸਿਸ ਦੇ ਉੱਤੇ ਕਿ ਪੈਸੇ ਚੁੱਕੇ ਗਏ ਆ, ਅਗਰ ਉਹ ਕੱਲ੍ਹ ਨੂੰ ਡਿਫੋਲਟ ਕਰ ਜੇ, ਅਤੇ ਜਿਹੜਾ ਗਰੰਟਰ ਹੁੰਦਾ ਆ ਉਹ ਕਹਿੰਦਾ ਕਿ ਠੀਕ ਹੈ ਮੈਂ ਤੁਹਾਨੂੰ ਕੱਲ੍ਹ ਨੂੰ ਅਗਰ ਇਹ ਡਿਫੋਲਟ ਕਰ ਗਿਆ ਤਾਂ ਮੈਂ ਤੁਹਾਨੂੰ ਇੰਨੇ ਪੈਸੇ ਜਿਹੜੇ ਆ ਮੈਂ ਚੁਕਾਊਂਗਾ, ਰਾਈਟ। ਸੋ ਇੱਕ ਤਰ੍ਹਾਂ ਦਾ ਗਰੰਟਰ ਹੁੰਦਾ ਇੰਡੈਮਨੀਫਾਇਰ ਜਿਹੜਾ ਹੁੰਦਾ, ਅਤੇ ਇੰਡੈਮਟੀ ਹੁੰਦਾ ਕਿ ਜਿੰਨੇ ਅਮਾਊਂਟ ਲਈ ਉਹਨੇ ਉਹ ਚੀਜ਼ ਜਿਹੜੀ ਹੈ ਸਾਈਨ ਕੀਤੀ ਹੈ ਕਿ ਕੱਲ੍ਹ ਨੂੰ ਮੈਂ ਤੁਹਾਨੂੰ ਇੰਨੇ ਪੈਸੇ ਵਾਪਸ ਦੇਵਾਂਗਾ। ਦੈਨ ਉਸ ਤੋਂ ਬਾਅਦ ਹੈ ਮਨੀ ਇਨਫਲੇਸ਼ਨ। ਮਨੀ ਇਨਫਲੇਸ਼ਨ ਦੇ ਵਿੱਚ ਕੀ ਹੁੰਦਾ ਕਿ ਜਿਹੜਾ ਪੈਸੇ ਦੀ ਜਿਹੜੀ ਵੈਲਿਊ ਹੁੰਦੀ ਹੈ ਉਹ ਡੈਪਰੀਸ਼ੀਏਟ ਕਰਦੀ ਹੈ, ਜਿਵੇਂ ਰੁਪਈਆ ਜਿਹੜਾ ਡਾਲਰ ਦੇ ਅਗੇਂਸਟ ਵੀਕ ਹੁੰਦਾ ਜਾਊਗਾ, ਬਟ ਜਿਹੜੇ ਪ੍ਰਾਈਸਿਸ ਆ ਗੁੱਡਸ ਦੇ, ਕਮੋਡਿਟੀਜ਼ ਦੇ, ਉਹ ਰਾਈਜ਼ ਕਰੀ ਜਾਣਗੇ ਓਵਰ ਦਾ ਪੀਰੀਅਡ ਆਫ ਟਾਈਮ, ਉਹਨੂੰ ਆਪਾਂ ਕਹਿ ਦਿੰਦੇ ਹਾਂ ਮਨੀ ਇਨਫਲੇਸ਼ਨ ਅਤੇ ਇਨਫਲੇਸ਼ਨ। ਅਤੇ ਇੱਕ ਹੁੰਦਾ ਸਟੈਗਫਲੇਸ਼ਨ, ਉਹ ਵੀ ਤੁਸੀਂ ਨੋਟ ਕਰ ਲਓ। ਸਟੈਗਫਲੇਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਗਰੋਥ ਜਿਹੜੀ ਹੁੰਦੀ ਹੈ, ਪ੍ਰੋਡਕਸ਼ਨ ਦੀ ਜਿਹੜੀ ਗਰੋਥ ਹੈ, ਮਤਲਬ ਪ੍ਰੋਡਕਸ਼ਨ ਹੋ ਨਹੀਂ ਰਹੀ, ਪ੍ਰੋਡਕਸ਼ਨ ਜਿਹੜੀ ਹੈ ਖਲੋ ਗਈ ਹੈ, ਬਟ ਪ੍ਰਾਈਸਿਸ ਜਿਹੜੇ ਕੰਟੀਨਿਊਸਲੀ ਰਾਈਜ਼ ਕਰ ਰਹੇ ਨੇ, ਸੋ ਉਸ ਕੇਸ ਦੇ ਵਿੱਚ ਅਸੀਂ ਉਹਨੂੰ ਕਹਿੰਦੇ ਹਾਂ ਸਟੈਗਫਲੇਸ਼ਨ। ਤੁਸੀਂ ਲਿਖ ਲੈਣਾ ਇਹਨੂੰ ਚਾਹੇ, ਠੀਕ ਹੈ। ਸੋ ਸਟੈਗਫਲੇਸ਼ਨ ਦਾ ਮਤਲਬ ਹੁੰਦਾ ਸਟੈਗਨੇਸ਼ਨ ਇਨ ਗਰੋਥ ਇਨ ਪ੍ਰੋਡਕਸ਼ਨ ਬਟ ਰਾਈਜ਼ ਇਨ ਪ੍ਰਾਈਸਿਸ, ਇਟ ਇਜ਼ ਨੋਨ ਐਜ਼ ਸਟੈਗਫਲੇਸ਼ਨ। ਦੈਨ ਹੈ ਨੈਗੇਟਿਵ ਇੰਟਰਸਟ ਰੇਟ। ਨੈਗੇਟਿਵ ਇੰਟਰਸਟ ਰੇਟ ਹੁੰਦਾ ਇੱਕ ਤਾਂ ਜਦੋਂ ਮਤਲਬ ਬੈਂਕਸ ਦੇ ਕੋਲ ਜ਼ਿਆਦਾ ਪੈਸਾ ਹੁੰਦਾ, ਸੋ ਉਸ ਕੇਸ ਦੇ ਵਿੱਚ ਉਹ RBI ਕੋਲ ਵੀ ਪਾ ਕਰ ਦਿੰਦੇ ਆ,
बट इन केस कई बार की होंगे बैंक्स लोन इशू करते हैं लोगों को। वैसे नैगेटिव इंटरस्ट रेट इंडिया के तो नहीं है, बट बाहरलियां कंट्रीज़ जिवें जापान वगैरह के हैगा आ, वो जिवें क्योंकि सारिया लोगों को हर एक तरह की सहूलत हैगी है, सो लोगों को जरूरत नहीं पैंदी लोन वगैरह चक्कन की। सो उस केस के बैंक्स के कोल पैसा काफ़ी रहिंदा है, तो बैंक कहता है कि असीं तुहानूं की है नैगेटिव इंटरस्ट रेट के उत्ते पैसा देवांगे। मतलब कि मान लो बैंक ने जिहड़ा 10,000 रुपया दिता है तो वापस वो 9800 रुपया लैणगे। सो इस तरह नैगेटिव इंटरस्ट रेट चलता है। सो मनी जिहड़ी वो सर्कुलेट होंदी रहे मार्केट दे विच, ठीक है। एक्सैस फंड्स जिहड़े बैंक्स दे कोल पार्क ना होण, उस केस दे विच नैगेटिव इंटरस्ट रेट जिहड़ा दिता जांदा है। दैन है ब्लॉकचेन सिस्टम। ब्लॉकचेन सिस्टम की है, एक अनोनिमस ऑनलाइन लेजर है, कलैक्शन ऑफ फाइनैंशियल अकाउंट्स। ये सिस्टम जिहड़ा ब्लॉकचेन सिस्टम है क्रिप्टो करंसी वास्ते जिहड़ा वर्क करता है। दैन उस तो बाद है बैलून मॉर्टगेज। बैलून मॉर्टगेज की है कि जो आप मतलब उदा आप नॉर्मल मॉर्टगेज की गल की कि जिवें आप कोई भी सिक्योरिटी कोलेटरल रख के बैंक को लोन लैंदे है ना। बैलून मॉर्टगेज की हुंदा है, शॉर्ट टर्म ते फिक्सड रेट मॉर्टगेज हुंदी है। इहदे विच एक फिक्सड रेट असीं मंथली कटवाना हुंदा है अपने लोन दे विचों, और वो फिक्सड रेट बहुत ही घट हुंदा आ। जिवें कि आपां नॉर्मल अगर आपां गल करिए, जिद्दां मान लो आपां 10 लाख का लोन लिया बैंक कोल, ते आपां की करांगे, आपां अपनी सैलरी दे विचों 10 लाख रुपया कटवावांगे महीने है ना। और वो महीने दे विच असीं प्रिंसीपल अमाउंट का भी कुछ हिस्सा ते कुछ जिहड़ा उहदे ते ब्याज बनेगा वो कटवावांगे। बट जो आपां बैलून मॉर्टगेज की गल करदे हां, ते इहदे विच आपां जिद्दां मान लो 10 लाख रुपये का लोन लिया, तो उस केस दे विच आपां सिर्फ इंटरस्ट जिहड़ा आ पे करांगे इनीशियल ईयर्स दे विच। मान लो 5 साल आपां कर दित्ता उन्हां ने बैंक दे नाल कि असीं 5 साल तुहानूं सिर्फ इंटरस्ट पे करांगे, ठीक है। तो उस तो बाद एट दी एंड जो मतलब पूरा क्लोजर इहदा करना है, सो उस केस दे विच आपां जिहड़ी अमाउंट है, बैलेंस अमाउंट, चाहे वो नाल इंटरस्ट होवे ते चाहे जो भी पेमेंट का अमाउंट बनता है, वो कट्ठी दी कट्ठी पेमेंट जिहड़ी है बैंक नूं कीती जाएगी। सो इस केस दे विच पेमेंट जिहड़ी है बहुत वड्डी हुंदी है, गुब्बारे जिड्डी हुंदी है। सो इस करके इहनूं की है बैलून पेमेंट कह दिंदे आ। सो ये जनरली जिहड़े रियल एस्टेट मार्केट दे विच हुंदे ने और बहुत ही रिलायबल क्रेडिट वर्दी बंदे हुंदे ने, उन्हां नूं ही बैंक्स जिहड़े आ ये बैलून मॉर्टगेज दे उत्ते लोन दिंदा आ। क्योंकि वो की करते हैं कि जिद्दां मतलब उन्होंने बिल्डिंग्स खरीदियां, घर खरीदे, तो उस तो बाद उन्होंने कस्टमर्स नूं देने। जो उन्होंने खरीदे बनाए उदों उन्होंने बैंक तो लोन ले लिया, ठीक है। बैलून मॉर्टगेज के उत्ते एक फिक्सड रेट कर लिया बैंक्स के नाल कि महीने तुहानूं इंटरस्ट देई जावांगे। तो जो उन्होंने को कस्टमर्स तो पैसा आउंदा है, तो फिर वो पैसा जिहड़ा ट्रांसफर कर दिंदे आ बैंक नूं। मतलब जो पेमेंट बचदी हुंदी है वो सारी दी सारी फिर बैंक्स नूं जो भी अपना मुनाफा कढ कुढ के वो दे दिंदे ने। सो इस केस दे विच क्योंकि पेमेंट बहुत वड्डी हुंदी है, इकट्ठी करदे एट दी एंड ऑफ मेजोरिटी करदे आ, ते उहनूं आपां बैलून पेमेंट कह दिंदे आ, राइट। दैन उस तो बाद स्किमिंग। स्किमिंग जिहड़ा मैथड है ये एक मतलब फ्रॉडलेंट मैथड है, जिहदे विच जिहड़े लोकी है वो कस्टमर दी क्रेडिट कार्ड डिटेल्स जिहड़ियां आ उन्हां नूं चुराउंदे आ, ठीक है। चुरा के ते फिर उन्हां नूं यूज़ करदे आ, मिसयूज़ करदे आ। इनफैक्ट इहनूं आपां स्किमिंग कहने आ, ठीक है। सो दैन उस तो बाद हैगा बिल ऑफ एक्सचेंज। बिल ऑफ एक्सचेंज जिहड़ा एक नॉन इंटरस्ट, मतलब इत्ते कोई इंटरस्ट नहीं पैंदा, एक रिटन ऑर्डर हुंदा है जिहड़ा कि क्रेडिटर वल्लों साइन किया जाता है। क्रेडिटर कौन हुंदा? जिन्हें समान लिया या जिन्हें पैसे ले, ते डैटर जिन्हें कि पैसे दिते। सो डैटर जिहड़ा इनू असैप्ट करदा है, क्योंकि क्रेडिटर इहदे ते लिख के दे दिंदा है, एक फ्यूचर डेट पा दिंदा है कि मैं इन्नी तरीक नूं तैनूं इन्ने पैसे जिहड़े आ वो दे देवांगा, ठीक है। सो इनू कहते हैं बिल ऑफ एक्सचेंज। सो ये क्रेडिटर इशू करदा है, साइन करदा है और इनू डैटर असैप्ट करदा है। दैन उस तो बाद है IPO और इनीशियल पब्लिक ऑफरिंग। इनीशियल पब्लिक ऑफरिंग वो हुंदी है जो कंपनी फर्स्ट टाइम अपने शेयर्स जिहड़े आ पब्लिक नूं ऑफर करदी है। दैन कियोस्क बैंकिंग। कियोस्क बैंकिंग दे विच की हुंदा है कि जिवें छोटे छोटे क्यूबिकल्स जे नहीं हुंदे, जिवें आपां जिद्दां मान लो ਜਿਹੜੀਆਂ ਹੁੰਦੀਆਂ ਲੱਗੀਆਂ ਹੁੰਦੀਆਂ ਜਿੱਥੋਂ ਆਪਾਂ ਬਰਗਰ ਖਾਂਦੇ ਆ। ਸੋ ਐਵੇਂ ਦੇ ਹੀ ਇਹਨਾਂ ਨੇ ਹਟਸ ਜੇ ਬਣਾਏ ਹੁੰਦੇ ਆ ਛੋਟੇ ਛੋਟੇ, ਜਿੱਥੋਂ ਇਹ ਬੈਂਕਿੰਗ ਦੇ ਜਿਹੜੀਆਂ ਐਕਟੀਵਿਟੀਜ਼ ਨੇ ਉਹ ਕਰਦੇ ਨੇ। ਜਿਵੇਂ ਲੋਕਾਂ ਨੂੰ ਕਹਿਣਗੇ ਕਿ ਸਾਡੇ ਕੋਲੋਂ ਅਕਾਊਂਟ ਖਲਵਾ ਲਓ, ਹੈ ਨਾ। ਤੁਸੀਂ ਦੇਖਿਆ ਹੋਊਗਾ ਆਮ ਹੀ ਰੇਲਵੇ ਸਟੇਸ਼ਨਸ ਦੇ ਲਾਗੇ ਜਾਂ ਮਤਲਬ ਬੱਸ ਸਟੈਂਡਸ ਦੇ ਲਾਗੇ ਇੱਦਾਂ ਦੇ ਕਿਓਸਕ ਜਿਹੜੇ ਬਣੇ ਹੁੰਦੇ ਆ। Then on the leverage ratio. Leverage ratio की it is a financial ratio which gives us the idea of measure of a company's ability to meet its financial losses। कि कंपनी जिहड़ी है अगर कल नूं दा कोई फाइनैशियल लॉस हुंदा है तो उहनूं मीट कर सकदे कि नहीं, उहदे लई लीवरेज रेशो जिहड़ी है वो हुंदी है। लीवरेज रेशो दे विच बेसिकली हुंदा कि जिद्दां टोटल जिहड़ी कैपिटल किन्नी आ किसी भी बैंक दी या फाइनैशियल इंस्टीट्यूशन दी, ठीक है, और उहदी जिहड़ी कैपिटल दा वो पार्ट जिहड़ा रिस्क ते है। रिस्क दे उत्ते मतलब जिहड़े कि लोन्स दित्ते होए है, ठीक है, जिहड़े होर कोई एसेट्स ने, मॉर्गेज लोन्स ने, अदर लोन्स ने, शेयर कैपिटल्स ने। सो रिस्क वेटेड एसेट्स ते टोटल कैपिटल किन्नी है, सो उहदी एक रेशो जिहड़ी कढ लई जांदी है, उहनूं आपां लीवरेज रेशो बोल दिंदे आ। दैन उस तो बाद लिक्विडिटी मैं समझाया सी तुहानूं कि जिन्होंने आपां वो वाले एसेट्स जिन्होंने आपां क्विकली कैश दे विच कन्वर्ट कर सकते हैं, जिवें गोल्ड हो गया, ATMs वगैरह हो गए, म्यूचुअल फंड्स हो गए,
ਦੈਨ ਮਿਨੀਮਮ ਰਿਜ਼ਰਵ ਸਿਸਟਮ ਵੀ ਆਪਾਂ ਕੀਤਾ ਸੀਗਾ। ਮਿਨੀਮਮ ਰਿਜ਼ਰਵ ਸਿਸਟਮ ਦੇ ਵਿੱਚ ਕੀ ਹੈ, ਸੈਕਸ਼ਨ 22 ਆਫ RBI ਐਕਟ ਦੇ ਅੰਡਰ ਇਹ ਜਿਹੜੀ ਪ੍ਰੋਵੀਜ਼ਨ ਹੈ RBI ਕੋਲ ਹੈ ਕਿ RBI ਜਿਹੜੀ ਹੈ ਉਹ ਇਸ਼ੂ ਕਰਦੀ ਹੈ ਨੋਟਸ ਨੂੰ, ਰਾਈਟ। ਸੋ ਇਹਦੇ ਵਿੱਚ ਇੱਕ ਇਹਨਾਂ ਨੇ ਰੱਖਿਆ ਹੋਇਆ ਹੈ ਕਿ ਮਿਨੀਮਮ ਜਿਹੜਾ ਰਿਜ਼ਰਵਸ ਹੈ ਇਹਨਾਂ ਨੂੰ ਗੋਲਡ ਅਤੇ ਫੋਰਨ ਐਕਸਚੇਂਜ ਦੀ ਫਾਰਮ ਦੇ ਵਿੱਚ ਹੋਣਾ ਚਾਹੀਦਾ ਆ, ਔਰ ਇਹ ਮਿਨੀਮਮ ਰਿਜ਼ਰਵ 200 ਕਰੋੜ ਦਾ ਤੇ ਘੱਟੋ ਘੱਟ ਹੋਣਾ ਹੀ ਚਾਹੀਦਾ ਆ। ਸੋ ਜਿਹਦੇ ਵਿੱਚ ਜਿਹੜੀ ਗੋਲਡ ਦੀ ਵੈਲਿਊ ਹੈ ਉਹ ਘੱਟੋ ਘੱਟ 115, ਮਤਲਬ 200 ਕਰੋੜ 'ਚੋਂ 115 ਕਰੋੜ ਵੈਲਿਊ ਜਿਹੜੀ ਹੈ ਸਿਰਫ ਔਰ ਸਿਰਫ ਗੋਲਡ ਦੀ ਹੀ ਹੋਣੀ ਚਾਹੀਦੀ ਹੈ। ਸੋ ਇਹ ਮਿਨੀਮਮ ਰਿਜ਼ਰਵ ਸਿਸਟਮ ਜਿਹੜਾ ਆ 1956 ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਸੀ, ਰਿਪਲੇਸਿੰਗ ਦਾ ਪ੍ਰੋਪੋਰਸ਼ਨਲ ਰਿਜ਼ਰਵ ਸਿਸਟਮ। ਦੈਨ ਹੈਗਾ ਕਲੀਨ ਨੋਟ ਪੋਲਿਸੀ RBI। ਇਹਦੇ ਵਿੱਚ ਮੇਨਲੀ 2001 ਦੇ ਵਿੱਚ ਇਹ ਪੋਲਿਸੀ ਆਈ ਸੀ ਕਿ ਜਿਹੜੇ ਆਪਾਂ ਮਤਲਬ ਹੁੰਦੇ ਨਹੀਂ ਉੱਪਰ ਲਿਖ ਦਿੰਦੇ ਆ ਨੋਟਸ ਦੇ ਉੱਤੇ ਜਾਂ ਫੋਲਡ ਕਰਦੇ ਆ, ਗੰਦੇ ਬੰਦੇ ਕਰ ਦਿੰਦੇ ਆ ਨੋਟਸ ਨੂੰ, ਸੋ ਉਹਨਾਂ ਨੂੰ ਮਤਲਬ ਉਹਨਾਂ ਦਾ ਨੰਬਰ ਜਿਹੜਾ ਰਿਡਿਊਸ ਕਰਨ ਵਾਸਤੇ, ਅਤੇ ਦੂਸਰੀ ਗੱਲ ਲੋਕਾਂ ਨੂੰ ਕਲੀਨ ਨੋਟਸ ਪ੍ਰੋਵਾਈਡ ਕਰਨ ਵਾਸਤੇ ਪੋਲਿਸੀ ਜਿਹੜੀ ਆ ਲਿਆਂਦੀ ਗਈ ਸੀ RBI ਦੀ 2001 ਦੇ ਵਿੱਚ। ਹੈਗਾ ਕੈਮਲਸ ਰੇਟਿੰਗ ਸਿਸਟਮ ਇਹ ਕੈਮਲਸ ਰੇਟਿੰਗ ਸਿਸਟਮ ਜਿਹੜਾ US ਦੇ ਵਿੱਚ ਡਿਵੈਲਪ ਹੋਇਆ ਸੀਗਾ, ਜਿਹਦੇ ਵਿੱਚ ਮਤਲਬ ਜਿਹੜੇ ਬੈਂਕਸ ਜਾਂ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਆ ਉਹਨਾਂ ਨੂੰ ਰੇਟ ਕੀਤਾ ਜਾਂਦਾ ਹੈ ਸਰਟਨ ਕੈਟੇਗਰੀਜ਼ ਦੇ ਵਿੱਚ, ਜਿਹਦੇ ਵਿੱਚ ਕੈਮਲਸ ਦੀ ਹੀ ਫੁੱਲ ਫਾਰਮ ਇਹਨਾਂ ਨੇ ਬਣਾਈ ਹੋਈ ਹੈ। ਕੈਮਲਸ ਮਤਲਬ C ਤੋਂ ਕੈਪੀਟਲ ਐਡਿਕੁਏਸੀ, A ਤੋਂ ਐਸੈਟ ਕੁਆਲਿਟੀ, M ਤੋਂ ਮੈਨੇਜਮੈਂਟ, E ਤੋਂ ਅਰਨਿੰਗਸ, L ਤੋਂ ਲਿਕੁਇਡਿਟੀ ਅਤੇ S ਤੋਂ ਸੈਂਸਿਟਿਵਿਟੀ। ਮਸਾਲਾ ਬੌਂਡਸ ਜਿਹੜੇ ਲੰਡਨ ਸਟਾਕ ਐਕਸਚੇਂਜ ਦੇ ਉੱਤੇ ਲਿਸਟਡ ਨੇ, ਇਹ ਬੌਂਡਸ ਜਿਹੜੇ ਇੰਡੀਅਨ ਰੂਪੀ ਡਿਨੋਮੀਨੇਟਡ ਬੌਂਡਸ ਨੇ, ਜਿਨ੍ਹਾਂ ਨੂੰ ਕਿ US ਡਾਲਰ ਤੋਂ ਇੰਡੀਅਨ ਰੂਪੀ ਦੇ ਵਿੱਚ ਕਨਵਰਟ ਕੀਤਾ ਜਾਂਦਾ ਆ। ਸੋ ਇਹਦੇ ਲਈ ਇੰਟਰਨੈਸ਼ਨਲ ਫਾਈਨੈਂਸ਼ੀਅਲ ਕਾਰਪੋਰੇਸ਼ਨ ਜਿਹੜੀ ਹੈ ਉਹ ਇਹ ਬੌਂਡਸ ਨੂੰ ਡਾਲਰਸ ਤੋਂ ਰੂਪੀ ਦੇ ਵਿੱਚ ਕਨਵਰਟ ਕਰਦੀ ਹੈ, ਅਤੇ ਫਿਰ ਉਹ ਜਿਹੜਾ ਰੂਪੀ ਹੁੰਦਾ ਆ, ਠੀਕ ਹੈ, ਉਹ ਰੂਪੀਜ਼ ਜਿਹੜੇ ਇੰਟਰਨੈਸ਼ਨਲ ਇਨਵੈਸਟਰਸ ਤੋਂ ਥਰੂ ਦੀਜ਼ ਬੌਂਡਸ ਇਕੱਠੇ ਕਰਕੇ ਇੰਡੀਆ ਦੀ ਜਿਹੜੀ ਪ੍ਰਾਈਵੇਟ ਇੰਡਸਟਰੀ ਹੈ ਜਾਂ ਪ੍ਰਾਈਵੇਟ ਸੈਕਟਰ ਹੈ ਜਾਂ ਇਨਫਰਾਸਟਰਕਚਰ ਹੈ ਉਹਦੇ ਵਿੱਚ ਇਨਵੈਸਟ ਕੀਤੇ ਜਾਂਦੇ ਆ। ਦੈਨ ਹੈ ਕੋਰ ਬੈਂਕਿੰਗ ਸੋਲਿਊਸ਼ਨਸ ਦੇ ਵਿੱਚ ਕੀ ਹੁੰਦਾ ਹੈ ਕਿ ਜਿਹਦੇ ਵਿੱਚ ਮਤਲਬ ਇੱਕ ਜਿਵੇਂ ਬੈਂਕ SBI ਦੀਆਂ ਕਿੰਨੀਆਂ ਬ੍ਰਾਂਚਿਸ ਨੇ। ਹੁਣ ਆਪਾਂ SBI ਦਾ ਅਕਾਊਂਟ ਜਿਹੜਾ ਹੈ ਖੁਲਾਇਆ, ਮੰਨ ਲਓ ਇੱਕ ਬ੍ਰਾਂਚ ਦੇ ਵਿੱਚ ਖੁਲਾਇਆ, ਬਟ ਦੈਟ ਡਜ਼ਨਟ ਮੀਨ ਕਿ ਆਪਾਂ ਜੇ ਪੈਸੇ ਕਢਵਾਉਣੇ ਆ ਤਾਂ ਆਪਾਂ ਉਸੇ ਬ੍ਰਾਂਚ ਵਿੱਚ ਜਾਵਾਂਗੇ, ਆਪਾਂ ਕਿਸੇ ਵੀ ਬ੍ਰਾਂਚ ਵਿੱਚ SBI ਦੀ ਜਾ ਸਕਦੇ ਹਾਂ। ਸੋ ਇਹ ਸਾਰੇ ਸਿਸਟਮ ਨੂੰ ਆਪਾਂ ਕੋਰ ਬੈਂਕਿੰਗ ਸੋਲਿਊਸ਼ਨ ਕਹਿ ਦਿੰਦੇ ਹਾਂ ਕਿ ਦੈਟ ਮੀਨਸ ਕਿ ਕਸਟਮਰ ਜਿਹੜਾ ਉਹ ਇੱਕੋ ਬ੍ਰਾਂਚ ਦਾ ਕਸਟਮਰ ਨਹੀਂ ਹੈਗਾ, ਉਹ ਬੈਂਕ ਦਾ ਕਸਟਮਰ ਬਣ ਚੁੱਕਾ ਹੈ। ਸੋ ਉਹ ਸਾਰੀਆਂ ਬੈਂਕਿੰਗ ਸਰਵਿਸਿਜ਼ ਨੂੰ ਅਵੇਲ ਕਰ ਸਕਦਾ ਆ। ਦੈਨ ਉਸ ਤੋਂ ਬਾਅਦ ਹੈਗਾ ਯੂਨੀਫਾਈਡ ਪੇਮੈਂਟ ਇੰਟਰਫੇਸ ਇੱਕ ਇੰਟੀਗ੍ਰੇਟਿਡ ਪੇਮੈਂਟ ਇੰਟਰਫੇਸ ਹੈ ਜਿਹੜਾ ਇੱਕ ਸਿੰਗਲ ਪਲੇਟਫਾਰਮ ਪ੍ਰੋਵਾਈਡ ਕਰਦਾ ਹੈ। ਜਿਵੇਂ ਕਰੰਟਲੀ ਮੋਬਾਈਲ ਡਿਵਾਈਸਿਸ ਜਿਹੜੀਆਂ ਸਾਰੀਆਂ ਪੇਮੈਂਟਸ ਵਾਸਤੇ ਕੀ ਹੈ, ਇੱਕ ਪ੍ਰਾਇਮਰੀ ਆਬਜੈਕਟ ਹੈ। ਦੈਨ ਹੈ ਮਾਈਕਰੋ ATMs ਕੋਈ ਸਪੈਸ਼ਲ ATMs ਨਹੀਂ ਹੁੰਦੇ। ਬੇਸਿਕਲੀ ਜਿਹੜੀਆਂ ਆਪਾਂ ਪੁਆਇੰਟ ਆਫ ਸੇਲ ਦੀ ਗੱਲ ਕੀਤੀ ਹੈ, ਪੁਆਇੰਟ ਆਫ ਸੇਲ ਮਸ਼ੀਨਸ ਹੁੰਦੀਆਂ ਨੇ ਜਿਹਦੇ ਥਰੂ ਆਪਾਂ ਕਾਰਡ ਇਨਸਰਟ ਕਰਕੇ ਅਤੇ ਪੇਮੈਂਟ ਕਰਦੇ ਹਾਂ। ਹੁਣ ਇਹ ਜਿਹੜੀਆਂ ਪੁਆਇੰਟ ਆਫ ਸੇਲ ਮਸ਼ੀਨਸ ਹੁੰਦੀਆਂ ਆ, ਇਹ GPRS ਮੋਬਾਈਲ ਇੰਟਰਨੈਟ ਦੇ ਨਾਲ ਕਨੈਕਟਡ ਹੁੰਦੀਆਂ ਨੇ। GPRS ਦੀ ਫੁੱਲ ਫਾਰਮ ਕੀ ਹੁੰਦੀ ਹੈ, ਜਨਰਲ ਪੈਕੇਟ ਰੇਡੀਓ ਸਰਵਿਸ, ਰਾਈਟ। ਸੋ ਇਹ ਵੀ ਯਾਦ ਰੱਖ ਲਿਓ। ਸੋ GPRS ਨਾਲ ਕਨੈਕਟਡ ਹੋ ਕੇ ਔਰ ਇਹ ਸਾਰੀਆਂ ਜੋ ਵੀ ਕੋਰ ਬੈਂਕਿੰਗ ਸੋਲਿਊਸ਼ਨਸ ਨੇ ਉਹਦੇ ਥਰੂ ਪਰਫੋਰਮ ਜਿਹੜਾ ਹੈ ਕਰਦੀਆਂ ਨੇ, ਰਾਈਟ। ਦੈਨ ਆਉਂਦਾ ਲੈਟਰ ਆਫ ਕ੍ਰੈਡਿਟ ਇੱਕ ਨੈਗੋਸ਼ੀਏਬਲ ਇੰਸਟਰੂਮੈਂਟ ਹੈ। ਇਹ ਬੈਂਕ ਇਸ਼ੂ ਕਰਦਾ। ਜਿਵੇਂ ਆਪਾਂ ਬਿੱਲ ਆਫ ਐਕਸਚੇਂਜ ਦੇ ਵਿੱਚ ਪੜ੍ਹਿਆ ਸੀਗਾ ਹੈ ਨਾ, ਉਹਦੇ ਵਿੱਚ ਕ੍ਰੈਡੀਟਰ ਜਿਹੜਾ ਆ ਉਹਨੂੰ ਸਾਈਨ ਕਰਕੇ ਦਿੰਦਾ ਆ ਜਿਹੜਾ ਡੈਟਰ ਹੁੰਦਾ ਆ ਕਿ ਮੈਂ ਤੈਨੂੰ ਇੰਨੇ ਦਿਨਾਂ 'ਚ ਇਹ ਪੈਸੇ ਜਿਹੜੇ ਆ ਰਿਟਰਨ ਕਰ ਦਾਂਗਾ। ਬਟ ਜਿਹੜਾ ਲੈਟਰ ਆਫ ਕ੍ਰੈਡਿਟ ਹੁੰਦੀ ਹੈ ਇਹ ਬੈਂਕ ਇਸ਼ੂ ਕਰਦਾ ਔਨ ਦਾ ਬਿਹਾਫ ਆਫ ਇਟਸ ਲਾਇਲ ਕਸਟਮਰ, ਠੀਕ ਹੈ, ਟੂ ਦਾ ਬਾਇਰ। ਕਿ ਮੰਨ ਲਓ ਕਿਸੇ ਨੇ ਉਹਦੇ ਤੋਂ ਜਿਹੜੇ ਤੁਹਾਡਾ ਬੈਂਕ ਦਾ ਕਸਟਮਰ ਹੈ ਉਹਦੇ ਤੋਂ ਕੋਈ ਚੀਜ਼ ਬਾਏ ਕੀਤੀ ਹੈ ਅਤੇ ਬੈਂਕ ਜਿਹੜਾ ਨੂੰ ਲੈਟਰ ਆਫ ਕ੍ਰੈਡਿਟ ਇਸ਼ੂ ਕਰੂਗਾ ਕਿ ਤੁਹਾਨੂੰ ਇੰਨੀ ਡੇਟ ਨੂੰ ਜੋ ਵੀ ਤੁਹਾਡੀ ਪੇਮੈਂਟ ਬਣਦੀ ਹੈ ਉਹ ਤੁਹਾਨੂੰ ਦੇ ਦਿੱਤੀ ਜਾਊਗੀ। ਇਨ ਕੇਸ ਮੰਨ ਲਓ ਬਾਇਰ ਜਿਹੜਾ ਆ ਜਿਹੜਾ ਮਤਲਬ ਤੁਹਾਡਾ ਕਸਟਮਰ ਹੈ, ਬੈਂਕ ਦਾ ਕਸਟਮਰ ਹੈ, ਉਹ ਬਾਇਰ ਨੂੰ ਉਹ ਉਨੇ ਪੈਸੇ ਨਹੀਂ ਰਿਟਰਨ ਕਰਦਾ, ਸੋ ਉਸ ਕੇਸ ਦੇ ਵਿੱਚ ਬੈਂਕ ਜਿਹੜਾ ਆ ਉਹ ਫੁੱਲ ਅਮਾਊਂਟ ਜਾਂ ਰਿਮੇਨਿੰਗ ਬੈਲੈਂਸ ਜਿੰਨਾ ਵੀ ਹੈ ਉਹ ਕਸਟਮਰ ਦੇ ਬਿਹਾਫ ਦੇ ਉੱਤੇ ਪੇ ਕਰੇਗਾ, ਠੀਕ ਹੈ, ਅਤੇ ਬਾਅਦ ਵਿੱਚ ਉਹ ਕਸਟਮਰ ਤੋਂ ਲੈ ਲਏਗਾ। ਸੋ ਇਹ ਜਿਹੜਾ ਨੀਰਵ ਮੋਦੀ ਵਾਲਾ ਕੇਸ ਹੋਇਆ ਸੀਗਾ ਉਹਦੇ ਵਿੱਚ ਇਹੀ ਚੀਜ਼ ਇਨਵੋਲਵ ਹੋਈ ਸੀ, ਲੈਟਰ ਆਫ ਕ੍ਰੈਡਿਟ, ਜਿਹਦਾ ਇੰਨਾ ਰੌਲਾ ਪਿਆ ਸੀ। ਦੈਨ ਉਸ ਤੋਂ ਬਾਅਦ ਬੈਂਕ ਇੰਸ਼ੋਰੈਂਸ ਕੀ ਹੈ, ਜਦੋਂ ਆਪਾਂ ਬੈਂਕਿੰਗ ਦੇ ਨਾਲ ਇੰਸ਼ੋਰੈਂਸ ਪ੍ਰੋਡਕਟਸ ਜਿਹੜੇ ਆ ਸੋਲਵ ਕਰਦੇ ਹਾਂ। ਸੋ ਬੈਂਕ ਜਿਹੜਾ ਹੈ ਉਹ ਏਜੰਟਸ ਦੀ ਤਰ੍ਹਾਂ ਇਹਦੇ ਵਿੱਚ ਕੰਮ ਕਰਦਾ ਹੈ ਅਤੇ ਇਹਦੇ 'ਚ ਇੰਸ਼ੋਰੈਂਸ ਪ੍ਰੋਡਕਟਸ ਨੂੰ ਪ੍ਰਮੋਟ ਕਰਦਾ ਹੈ ਅੰਡਰ ਸੈਕਸ਼ਨ 61O ਆਫ ਬੈਂਕਿੰਗ ਰੈਗੂਲੇਸ਼ਨ ਐਕਟ 1949। ਔਰ ਇਹ ਸਭ ਤੋਂ ਪਹਿਲਾਂ ਬੈਂਕ ਇੰਸ਼ੋਰੈਂਸ ਦਾ ਕਨਸੈਪਟ ਯੂਰਪ ਦੇ ਵਿੱਚ ਆਇਆ ਸੀ 1980s ਦੇ ਵਿੱਚ। ਦੈਨ ਆਉਂਦਾ ਬੈਂਕਿੰਗ ਅੰਬਰਸਮੈਨ ਕੀ ਹੁੰਦਾ, ਬੇਸਿਕਲੀ ਜੋ ਸਾਡੇ ਗ੍ਰੀਵੈਂਸਿਸ ਨੂੰ ਸੌਰਟ ਆਊਟ ਕਰਦਾ, ਜੋ ਵੀ ਸਾਨੂੰ ਮਤਲਬ ਤਕਲੀਫ ਹੈ ਬੈਂਕ ਰਿਲੇਟਿਡ, ਠੀਕ ਹੈ, ਜੋ ਵੀ ਸਾਨੂੰ ਮਤਲਬ
ਪ੍ਰੋਬਲਮਸ ਨੇ ਉਹਨਾਂ ਨੂੰ ਸੌਰਟ ਆਊਟ ਕਰਦਾ ਹੈ, ਕੰਪਲੇਂਟਸ ਜਿਹੜੀਆਂ ਨੇ। ਸੋ ਹੀ ਹੈਂਡਲਸ ਐਂਡ ਰਿਡਰੈਸਿਸ ਕਸਟਮਰਸ ਕੰਪਲੇਂਟਸ ਅਗੇਂਸਟ ਡੈਫੀਸ਼ੀਐਂਸੀ ਇਨ ਸਰਟਨ ਬੈਂਕਿੰਗ ਸਰਵਿਸਿਜ਼। ਤੋਂ ਇਹ ਸੀਨੀਅਰ ਅਫੀਸ਼ੀਅਲ ਹੁੰਦਾ ਜਿਹੜਾ RBI ਅਪੋਇੰਟ ਕਰਦਾ ਆ। ਬੈਂਕਿੰਗ ਅੰਬਰਸਮੈਂਟ ਸਕੀਮ ਜਿਹੜੀ ਹੈ ਇਹਨੂੰ ਸੈਕਸ਼ਨ 35A ਆਫ RBI ਐਕਟ 1949 ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਸੀ ਵਿਦ ਇਫੈਕਟ ਫਰੋਮ 1995। ਦੈਨ ਆਉਂਦਾ ਨੋਸਟਰੋ ਅਕਾਊਂਟ ਅਤੇ ਵੋਸਟਰੋ ਅਕਾਊਂਟ। ਇਹਦੀ ਕੋਈ ਫੁੱਲ ਫਾਰਮ ਨਹੀਂ ਹੈਗੀ। ਔਸਟਰੋ ਜਿਹੜਾ ਲੈਟਿਨ ਵਰਡ ਤੋਂ ਡਿਰਾਈਵ ਹੈ ਜਿਹਦਾ ਮਤਲਬ ਹੈਗਾ ਔਰਸ, ਠੀਕ ਹੈ, OURS। ਸੋ ਨੋਸਟਰੋ ਅਕਾਊਂਟ ਜਿਹੜਾ ਉਹ ਅਕਾਊਂਟ ਹੁੰਦਾ ਜਿਹੜਾ ਕਿ ਇੱਕ ਇੰਡੀਅਨ ਬੈਂਕ ਮੇਨਟੇਨ ਕਰਦਾ ਹੈ ਇਨ ਫੋਰਨ ਕੰਟਰੀਜ਼ ਦੇ ਵਿੱਚ, ਠੀਕ ਹੈ। ਇੰਡੀਅਨ ਬੈਂਕ ਜਿਵੇਂ SBI ਦੀਆਂ ਫੋਰਨ ਕੰਟਰੀਜ਼ ਦੇ ਵਿੱਚ ਜੋ ਅਕਾਊਂਟ ਮੇਨਟੇਨ ਕਰੂਗਾ, ਸੋ ਉਹ ਨੋਸਟਰੋ ਅਕਾਊਂਟ ਹੈ। ਅਤੇ ਵੋਸਟਰੋ ਅਕਾਊਂਟ ਹੈਗਾ ਆ ਜਿਹੜਾ ਕਿ ਫੋਰਨ ਬੈਂਕ ਇੰਡੀਆ ਦੇ ਵਿੱਚ ਮੇਨਟੇਨ ਕਰੂਗਾ ਵਿਦ ਇਟਸ ਕੋਰਸਪੋਂਡਿੰਗ ਬੈਂਕ, ਰਾਈਟ। ਦੈਨ ਉਸ ਤੋਂ ਬਾਅਦ ਹੈਗਾ ਕੈਸਾ ਅਕਾਊਂਟ। ਕੈਸਾ ਮਤਲਬ ਇਹਦਾ ਫੁੱਲ ਫਾਰਮ ਹੈਗੀ ਹੈ ਕਰੰਟ ਅਕਾਊਂਟ ਸੇਵਿੰਗ ਅਕਾਊਂਟ। ਇਹਦੇ ਵਿੱਚ ਉਹ ਮਤਲਬ ਦੱਸਿਆ ਜਾਂਦਾ ਕਿ ਇੱਕ ਬੈਂਕ ਜਿਹੜਾ ਉਹਦੇ ਵਿੱਚ ਕਰੰਟ ਅਕਾਊਂਟ ਕਿੰਨੇ ਨੇ ਅਤੇ ਸੇਵਿੰਗ ਅਕਾਊਂਟ ਕਿੰਨੇ ਨੇ। ਸੋ ਮੈਂ ਤੁਹਾਨੂੰ ਕੱਲ੍ਹ ਵੀ ਸਮਝਾਇਆ ਸੀ ਇਹਦੇ ਵਿੱਚ ਡਿਫਰੈਂਸ ਕੀ ਹੈ। ਕਰੰਟ ਅਕਾਊਂਟ ਸੇਵਿੰਗ ਅਕਾਊਂਟ ਬਾਕੀ ਤਾਂ ਸਾਰਾ ਕੁਝ ਸੇਮ ਹੈ, ATMs ਵੀ ਮਿਲਦੇ ਆ, ਠੀਕ ਹੈ, ਚੈੱਕ ਬੁੱਕਸ ਵਗੈਰਾ ਵੀ ਮਿਲਦੀਆਂ, ਬਟ ਕਰੰਟ ਅਕਾਊਂਟ ਜਿਹੜੇ ਮੇਨਲੀ ਜਿਹੜੇ ਇੰਡਸਟਰੀਅਲਿਸਟ ਵਗੈਰਾ ਹੁੰਦੇ ਜਾਂ ਬਿਜ਼ਨਸ ਅਕਾਊਂਟਸ ਮੇਨਟੇਨ ਕਰਦੇ ਆ ਉਹ ਖੁਲਵਾਉਂਦੇ ਨੇ। ਔਰ ਸੇਵਿੰਗ ਅਕਾਊਂਟਸ 'ਤੇ ਜਿਵੇਂ ਰੇਟ ਆਫ ਇੰਟਰਸਟ ਮਿਲਦਾ ਆ, ਕਰੰਟ ਅਕਾਊਂਟ 'ਤੇ ਕੋਈ ਰੇਟ ਆਫ ਇੰਟਰਸਟ ਨਹੀਂ ਮਿਲਦਾ। ਬਟ ਇਹਦੇ ਵਿੱਚ ਜਿਹੜੀਆਂ ਬਿਜ਼ਨਸ ਦੇ ਬੈਨੀਫਿਟ ਲਈ ਕੁਛ ਚੀਜ਼ਾਂ ਹੁੰਦੀਆਂ ਜਿਵੇਂ ਓਵਰਡਰਾਫਟ ਫੈਸਿਲਿਟੀਜ਼ ਵਗੈਰਾ, ਅਤੇ ਉਹ ਹੋਰ ਵੀ ਕਈ ਚੀਜ਼ਾਂ ਸੋ ਉਹਦੇ 'ਤੇ ਮਿਲਦੀਆਂ ਨੇ ਕਰੰਟ ਅਕਾਊਂਟ ਦੇ ਵਿੱਚ, ਠੀਕ ਹੈ। ਸੋ ਜਿੰਨੇ ਜ਼ਿਆਦਾ ਕਰੰਟ ਅਕਾਊਂਟ ਸੇਵਿੰਗ ਅਕਾਊਂਟ ਹੋਊਗਾ ਦੈਟ ਮੀਨਸ ਕਿ ਬੈਂਕ ਦੀ ਉਨੀ ਜ਼ਿਆਦਾ ਜਿਹੜੀ ਐਫੀਸ਼ੀਐਂਸੀ ਹੈ, ਆਪਰੇਸ਼ਨਲ ਐਫੀਸ਼ੀਐਂਸੀ ਜ਼ਿਆਦਾ ਹੈ। ਦੈਨ ਹੈ ਰਾਫਾ ਅਕਾਊਂਟ। ਰਾਫਾ ਅਕਾਊਂਟ ਮੀਨਸ ਰੈਕਰਿੰਗ ਡਿਪੋਜ਼ਿਟ ਅਕਾਊਂਟ ਅਤੇ ਫਿਕਸ ਡਿਪੋਜ਼ਿਟ ਅਕਾਊਂਟ। ਆਪਾਂ ਕੱਲ੍ਹ ਵੀ ਗੱਲ ਕੀਤੀ ਸੀ, ਰੈਕਰਿੰਗ ਅਕਾਊਂਟ ਉਹ ਹੁੰਦੇ ਨੇ ਜਿਹਦੇ ਵਿੱਚ ਆਪਾਂ ਜਿੱਦਾਂ ਮੰਥਲੀ ਸੈਲਰੀ ਦੇ ਵਿੱਚੋਂ 2-2 ਹਜ਼ਾਰ ਰੁਪਏ ਅਸੀਂ ਕਟਾਈ ਜਾਈਏ। ਮਿਨੀਮਮ ਇਹਦੀ ਹੁੰਦੀ ਹੈ 6 ਮੰਥਸ ਤੱਕ ਤੋਂ ਪਹਿਲਾਂ ਤੁਸੀਂ ਨਹੀਂ ਕਢਾ ਸਕਦੇ ਪੈਸੇ ਆਪਣੇ। ਜੇ ਮੰਨ ਲਓ ਤੁਸੀਂ 2-2 ਹਜ਼ਾਰ ਮਹੀਨੇ ਦਾ ਕਰਾ ਰਹੇ ਹੋ ਅਤੇ 6 ਮਹੀਨੇ ਬਾਅਦ ਤੁਹਾਡਾ 12,000 ਬਣ ਜਾਏਗਾ ਅਤੇ 12,000 ਦੇ ਉੱਤੇ ਜਿੰਨਾ ਵਿਆਜ ਮਿਲੇਗਾ ਤੁਹਾਨੂੰ ਮਿਲ ਜਾਏਗਾ। ਬਟ FDI ਦੇ ਵਿੱਚ FD ਦੇ ਵਿੱਚ ਅਸੀਂ ਕੀ ਕਰਦੇ ਹਾਂ, ਆਪਾਂ ਇੱਕ ਫਿਕਸਡ ਅਮਾਊਂਟ ਪਹਿਲਾਂ ਹੀ ਜਮ੍ਹਾਂ ਕਰਾ ਦਿੰਦੇ ਹਾਂ ਅਤੇ ਉਹਨੂੰ ਆਪਾਂ 5 ਸਾਲ ਲਈ ਬੈਂਕ ਕੋਲ ਰੱਖਦੇ ਹਾਂ ਅਤੇ ਉਹਦੇ 'ਤੇ ਜਿੰਨਾ ਵਿਆਜ ਸਾਨੂੰ ਮਿਲਦਾ ਆ ਬਣਦਾ ਆ ਉਹ ਸਾਨੂੰ ਮਿਲ ਜਾਂਦਾ ਹੈ। ਸੋ RD 'ਤੇ ਕੀ ਹੁੰਦਾ ਕਿ ਸਾਨੂੰ ਇਕੱਠੇ ਨਹੀਂ ਜਮ੍ਹਾਂ ਕਰਾਉਣਾ ਪੈਂਦਾ, ਸਾਨੂੰ ਕਿ ਅਸੀਂ ਮੰਥਲੀ ਬੇਸਿਸ ਦੇ ਉੱਤੇ ਜਿਹੜਾ ਆ ਉਹ ਨਾਲ ਹੀ ਜਮ੍ਹਾਂ ਡਿਡਕਟ ਕਰਵਾਈ ਜਾਂਦੇ ਹਾਂ। ਬਟ FD ਦੇ ਵਿੱਚ ਅਸੀਂ ਇਕੱਠੇ ਜਮ੍ਹਾਂ ਕਰਾ ਦਿੰਦੇ ਹਾਂ ਅਤੇ ਫਿਕਸਡ ਰੇਟ ਆਫ ਇੰਟਰਸਟ ਸਾਨੂੰ ਮਿਲਦਾ ਆ। ਦੈਨ ਹੈ ਡੀਮੈਟ ਅਕਾਊਂਟ। ਡੀਮੈਟ ਦੀ ਫੁੱਲ ਫਾਰਮ ਕੀ ਹੁੰਦੀ ਹੈ, ਡੀਮੈਟੀਰੀਅਲਾਈਜ਼ਡ ਅਕਾਊਂਟ। ਇਹਦੇ ਵਿੱਚ ਕੀ ਹੈ, ਬੇਸਿਕਲੀ ਜਿਹੜੇ ਇੰਡੀਅਨ ਸਿਟੀਜ਼ਨਸ ਨੇ ਉਹਨਾਂ ਕੋਲ ਇੱਕ ਇਹ ਹੈਗੀ ਆ ਪ੍ਰੋਵੀਜ਼ਨ ਕਿ ਉਹ ਸਟਾਕਸ ਔਰ ਡਿਬੈਂਚਰਸ ਦੇ ਅਗਰ ਵਿੱਚ ਉਹਦੇ ਟ੍ਰੇਡਿੰਗ ਕਰਨਾ ਚਾਹੁੰਦੇ ਆ ਅਤੇ ਉਹਨਾਂ ਨੂੰ ਇੱਕ ਆਪਣਾ ਅਕਾਊਂਟ ਜਿਹੜਾ ਹੈ ਖੁਲਵਾਉਣਾ ਪੈਂਦਾ ਜਿਹਨੂੰ ਆਪਾਂ ਡੀਮੈਟ ਅਕਾਊਂਟ ਬਣਾਉਂਦੇ ਹਾਂ, ਠੀਕ ਹੈ। ਸੋ ਇਹ ਜਿਵੇਂ ਆਪਾਂ ਸੇਵਿੰਗ ਅਕਾਊਂਟਸ ਦੇ ਵਿੱਚ ਪੈਸਾ ਸੇਵ ਕਰਦੇ ਹਾਂ, ਡੀਮੈਟ ਅਕਾਊਂਟ ਦੇ ਵਿੱਚ ਸਾਡੇ ਸ਼ੇਅਰ ਸਾਡੇ ਸਟਾਕਸ ਜਿਹੜੇ ਆ ਸੇਵਡ ਹੁੰਦੇ ਨੇ। ਦੈਨ ਉਸ ਤੋਂ ਬਾਅਦ ਹੈਗੇ ਇਨਸੋਲਵੈਂਸੀ। ਇਨਸੋਲਵੈਂਸੀ ਦਾ ਮਤਲਬ ਕਿ ਜਦੋਂ ਕੋਈ ਬੰਦਾ, ਕੋਈ ਇੰਡੀਵਿਜੂਅਲ, ਕੋਈ ਪਰਸਨ, ਕੋਈ ਕੰਪਨੀ ਜਿਹੜੀ ਹੈ ਉਹ ਆਪਣੇ ਜਿਹੜੇ ਕਰਜ਼ੇ ਉਹਨੇ ਬੈਂਕ ਤੋਂ ਲਏ ਹੁੰਦੇ ਆ ਉਹ ਵਾਪਸ ਨਹੀਂ ਪੇ ਕਰ ਸਕਦੀ ਅਤੇ ਜਦੋਂ ਉਹਨੂੰ ਲੀਗਲੀ ਡਿਕਲੇਅਰ ਕਰ ਦਿੱਤਾ ਜਾਂਦਾ ਕਿ ਇਹ ਕੰਪਨੀ ਆ, ਇਹ ਬੰਦਾ ਜਿਹੜਾ ਆ ਉਹ ਆਪਣੇ ਪੈਸੇ ਜਿਹੜੇ ਆ ਜਾਂ ਕਰਜ਼ਾ ਜਿਹੜਾ ਨਹੀਂ ਚੁਕਾ ਪਾ ਰਿਹਾ, ਸੋ ਉਹਨੂੰ ਆਪਾਂ ਕਹਿ ਦਿੰਦੇ ਹਾਂ ਬੈਂਕਰਪਟ ਜਾਂ ਬੈਂਕਰਪਸੀ, ਰਾਈਟ, ਲੀਗਲ ਡੈਕਲੇਰੇਸ਼ਨ ਉਹਦੀ। ਦੈਨ ਆਉਂਦਾ ਅਮੋਰਟਾਈਜੇਸ਼ਨ। ਆਪਾਂ ਬੈਲੂਨ ਮੌਰਗੇਜ 'ਚ ਕੀਤਾ ਸੀਗਾ ਕਿ ਜਿਹਦੇ ਵਿੱਚ ਮਤਲਬ ਕਿ ਇੱਕ ਜਿਹੜੀ ਬੈਲੂਨ ਮੌਰਗੇਜ ਹੈ ਸ਼ਾਰਟ ਟਰਮ ਫਿਕਸ ਪੇਮੈਂਟ ਜਿਹੜੀ ਹੈ ਪਹਿਲਾਂ ਇਨੀਸ਼ੀਅਲ ਬੇਸਿਸ 'ਤੇ ਦਿੱਤੀ ਜਾਂਦੀ ਹੈ ਔਰ ਐਟ ਦੀ ਐਂਡ ਜਦੋਂ ਲੋਨ ਕਲੋਜ਼ ਕਰਨਾ ਮੈਚਿਓਰਿਟੀ ਪੀਰੀਅਡ 'ਤੇ ਇੱਕ ਵੱਡੀ ਪੇਮੈਂਟ ਜਿਹੜੀ ਹੈ ਲਮਸਮ ਅਮਾਊਂਟ ਦੀ ਉਹ ਆਪਾਂ ਕਰ ਦਿੰਦੇ ਜਿਹਨੂੰ ਬੈਲੂਨ ਪੇਮੈਂਟ ਕਹਿੰਦੇ ਆ। ਅਮੋਰਟਾਈਜੇਸ਼ਨ ਦੇ ਵਿੱਚ ਨੋਰਮਲ ਜਿਵੇਂ ਆਪਾਂ ਲੋਨ ਲੈਂਦੇ ਹਾਂ ਔਰ ਉਹਦੀਆਂ ਕਿਸ਼ਤਾਂ ਬੰਨ੍ਹ ਲੈਂਦੇ ਹਾਂ ਮੰਥਲੀ ਬੇਸਿਸ 'ਤੇ, ਜਿਹਦੇ ਵਿੱਚ ਪ੍ਰਿੰਸੀਪਲ ਵੀ ਇਨਕਲੂਡ ਹੁੰਦਾ ਅਤੇ ਇੰਟਰਸਟ ਵੀ ਇਨਕਲੂਡ ਹੁੰਦਾ ਹੈ ਨਾ। ਸੋ ਉਸ ਕੇਸ ਦੇ ਵਿੱਚ ਜਿਵੇਂ ਆਪਾਂ ਨੋਰਮਲ 5 ਸਾਲ ਲਈ ਵਿਆਜ ਲਿਆ ਮੰਨ ਲਓ 10 ਲੱਖ ਰੁਪਏ ਦਾ, ਅਤੇ ਉਹ ਹਰ ਮਹੀਨੇ ਕਿੰਨੀ ਸਾਡੀ ਕਿਸ਼ਤ ਜਾਏਗੀ ਜਿਹਦੇ ਵਿੱਚ ਸਾਡਾ ਪ੍ਰਿੰਸੀਪਲ ਅਮਾਊਂਟ ਦਾ ਵੀ ਕੁਛ ਕੱਟਿਆ ਜਾਵੇ ਅਤੇ ਨਾਲ ਦੇ ਨਾਲ ਅਸੀਂ ਵਿਆਜ ਵੀ ਦਿੱਤਾ ਜਾਏ। ਸੋ ਨੋਰਮਲ ਜਿਹੜਾ ਆਪਾਂ ਲੋਨ ਲੈਂਦੇ ਅਤੇ ਉਹਦੀ ਕਿਸ਼ਤਾਂ ਤਾਰਦੇ ਹਾਂ ਉਹਨੂੰ ਆਪਾਂ ਅਮੋਰਟਾਈਜੇਸ਼ਨ ਬੋਲਦੇ ਹਾਂ। ਕ੍ਰੈਡਿਟ ਕਰੰਚ। ਕ੍ਰੈਡਿਟ ਕਰੰਚ ਨੂੰ ਆਪਾਂ ਕ੍ਰੈਡਿਟ ਸਕਵੀਜ਼ ਜਾਂ ਕ੍ਰੈਡਿਟ ਕ੍ਰਾਈਸਿਸ ਵੀ ਬੋਲਦੇ ਹਾਂ। ਨਾਮ ਤੋਂ ਹੀ ਪਤਾ ਲੱਗ ਰਿਹਾ ਕਿ ਜਦੋਂ ਕ੍ਰੈਡਿਟ ਦੀ ਅਵੇਲੇਬਿਲਿਟੀ ਨਹੀਂ ਹੁੰਦੀ। ਕ੍ਰੈਡਿਟ ਕੀ ਹੁੰਦਾ, ਲੋਨ, ਕਿ ਜਦੋਂ ਸਾਨੂੰ ਲੋਨ ਲੈਣ ਦੇ ਵਿੱਚ ਡਿਫੀਕਲਟੀ ਜਿਹੜੀ ਹੈ ਫੇਸ ਕਰਨੀ ਪਵੇ ਬਿਕੋਜ਼ ਕ੍ਰੈਡਿਟ ਫਲੋ ਨਹੀਂ ਹੈਗਾ, ਸੋ ਉਹਨੂੰ ਆਪਾਂ ਉਸ ਕੰਡੀਸ਼ਨ ਨੂੰ ਆਪਾਂ ਕਹਿ ਦਿੰਦੇ ਹਾਂ ਕ੍ਰੈਡਿਟ ਕਰੰਚ। ਅਤੇ ਕਈ ਵਾਰੀ ਕੀ ਹੈ ਜਦੋਂ ਮਤਲਬ ਪੈਸਾ ਮਾਰਕੀਟ 'ਚ ਜ਼ਿਆਦਾ ਵੀ ਹੁੰਦਾ ਹੈ, ਸੋ ਉਸ ਕੇਸ ਦੇ ਵਿੱਚ RBI ਜਿਹੜੀ ਹੈ ਉਹ ਵੀ ਕੀ ਕਰਦੀ ਹੈ, ਉਹ ਵੀ ਪੈਸਾ ਜਿਹੜਾ ਸੱਕ ਕਰ ਲੈਂਦੀ ਹੈ। ਸੋ ਉਸ ਕੇਸ ਦੇ ਵਿੱਚ ਵੀ ਕ੍ਰੈਡਿਟ ਕਰੰਚ ਕਈ ਵਾਰੀ ਜਿਹੜਾ ਮਾਰਕੀਟ ਨੂੰ ਫੇਸ ਕਰਨਾ ਪੈਂਦਾ ਆ। ਦੈਨ ਐਕਸਟਰਨਲ ਕਮਰਸ਼ੀਅਲ ਬੋਰਿੰਗਸ। ਐਕਸਟਰਨਲ ਕਮਰਸ਼ੀਅਲ ਬੋਰਿੰਗਸ ਦੇ ਵਿੱਚ ਉਹ ਪੈਸਾ ਆ ਜਾਂਦਾ ਹੈ ਜਿਹੜਾ ਸਾਡੀ ਕੰਟਰੀ ਦੇ ਵਿੱਚ ਯੂਜ਼ ਹੋ ਰਿਹਾ ਹੈ ਕਮਰਸ਼ੀਅਲ ਐਕਟੀਵਿਟੀਜ਼ ਨੂੰ ਫਾਈਨਾਂਸ ਕਰਨ ਲਈ, ਬਟ ਉਹ ਪੈਸਾ ਬਾਹਰੋਂ ਆ ਰਿਹਾ, ਫੋਰਨ ਸੋਰਸਿਸ ਤੋਂ ਆ ਰਿਹਾ। ਔਰ ਫੋਰਨ ਸੋਰਸਿਸ ਤੋਂ ਕਿਉਂ ਆਉਂਦਾ ਕਿ ਕਿਉਂਕਿ ਕਈ ਵਾਰੀ ਕੀ ਹੈ ਬਾਹਰੋਂ ਮਤਲਬ ਜਿਹੜੀਆਂ ਕੰਪਨੀਜ਼ ਨੇ ਜਾਂ ਕੰਟਰੀਜ਼ ਨੇ ਉਹਨਾਂ ਦੇ ਬੈਂਕਸ ਜਿਹੜੇ ਨੇ ਉਹ ਘੱਟ ਵਿਆਜ ਦਿੰਦੇ ਨੇ ਕਈ ਵਾਰੀ। ਅਤੇ ਜਿਵੇਂ ਜਾਪਾਨ ਵਰਗਾ ਆਪਾਂ ਪੜ੍ਹਿਆ ਕਿ ਨੈਗੇਟਿਵ ਇੰਟਰਸਟ ਰੇਟ 'ਤੇ ਵੀ ਪੈਸਾ ਮਿਲਦਾ, ਬਟ ਇੰਡੀਆ ਦੇ ਵਿੱਚ ਕੁਛ ਇੱਦਾਂ ਨਹੀਂ ਮਿਲੇਗਾ। ਬਟ ਹਾਂ ਕੰਪੈਰੇਟਿਵਲੀ ਇੰਟਰਸਟ ਘੱਟ ਹੁੰਦਾ, ਸੋ ਇਸ ਕਰਕੇ ਬਾਹਰੋਂ
ਫੋਰਨ ਸੋਰਸਿਸ ਤੋਂ ਜਿਹੜੇ ਆਪਾਂ ਕਮਰਸ਼ੀਅਲ ਐਕਟੀਵਿਟੀਜ਼ ਨੂੰ ਫਾਈਨਾਂਸ ਕਰਾਉਂਦੇ ਹਾਂ, ਜਿਹਨੂੰ ਆਪਾਂ ਐਕਸਟਰਨਲ ਕਮਰਸ਼ੀਅਲ ਬੋਰਿੰਗ ਬੋਲਦੇ ਹਾਂ। ਸੋ ਲੋਨ ਜਿਹੜਾ ਫੋਰਨ ਸੋਰਸਿਸ ਤੋਂ ਆਪਾਂ ਅਵੇਲ ਕਰਦੇ ਹਾਂ ਉਹਦੀ ਮਿਨੀਮਮ ਐਵਰੇਜ ਮੈਚਿਓਰਿਟੀ 3 ਸਾਲਾਂ ਦੀ ਹੁੰਦੀ ਆ, ਰਾਈਟ। ਦੈਨ ਆਉਂਦਾ FDI ਜਾਂ ਫੋਰਨ ਡਾਇਰੈਕਟ ਇਨਵੈਸਟਮੈਂਟ। FDI ਦੇ ਵਿੱਚ ਉਹ ਬੰਦੇ ਇਨਵੈਸਟ ਕਰਦੇ ਆ ਜਾਂ ਉਹ ਕੰਪਨੀਜ਼ ਇਨਵੈਸਟ ਕਰਦੀਆਂ ਜਿਹੜੀਆਂ ਇੰਡੀਅਨਸ ਨਹੀਂ ਹੁੰਦੀਆਂ ਜਾਂ ਇੰਡੀਅਨਸ ਨਹੀਂ ਹੁੰਦੇ, ਬਾਹਰਲੇ ਹੁੰਦੇ ਨੇ, ਠੀਕ ਹੈ, ਫੋਰਨ ਸੋਰਸਿਸ ਤੋਂ। ਜਦੋਂ ਇੰਡੀਆ ਦੇ ਵਿੱਚ ਇਨਵੈਸਟਮੈਂਟ ਹੁੰਦੀ ਹੈ ਉਹਨੂੰ ਆਪਾਂ FDI ਕਹਿ ਦਿੰਦੇ ਹਾਂ। ਸੋ FDI ਦੇ ਵਿੱਚ ਜਿਹੜੇ ਇਨਵੈਸਟਰਸ ਜਦੋਂ FDI ਦੇ ਥਰੂ ਇਨਵੈਸਟ ਕਰਦੇ ਨੇ ਤੇ ਉਹ ਇੰਡੀਅਨ ਕੰਪਨੀਜ਼ ਦੇ ਸ਼ੇਅਰ ਹੋਲਡਰਸ ਵੀ ਬਣ ਜਾਂਦੇ ਨੇ ਔਰ ਉਹਦਾ ਸਟੇਕ ਲੈ ਕੇ ਉਹ ਉਹਨਾਂ ਦੀ ਮੈਨੇਜਮੈਂਟ 'ਤੇ ਵੀ ਕੰਟਰੋਲ ਜਿਹੜਾ ਕਰਦੇ ਨੇ। ਸੋ ਇਹਦੇ ਵਿੱਚ 2 ਰੂਟਸ ਹੁੰਦੇ ਨੇ FDI ਦੇ, ਇੱਕ ਹੁੰਦਾ ਆਟੋਮੈਟਿਕ ਰੂਟ ਔਰ ਇੱਕ ਹੁੰਦਾ ਗਵਰਨਮੈਂਟ ਰੂਟ। ਆਟੋਮੈਟਿਕ ਰੂਟ ਹੁੰਦਾ ਜਿਹਦੇ ਵਿੱਚ RBI ਜਾਂ ਸੈਂਟਰਲ ਗਵਰਨਮੈਂਟ ਦੀ ਪਰਮਿਸ਼ਨ ਦੀ ਜ਼ਰੂਰਤ ਨਹੀਂ ਹੁੰਦੀ, ਜਦਕਿ ਗਵਰਨਮੈਂਟ ਰੂਟ ਦੇ ਥਰੂ ਗਵਰਨਮੈਂਟ ਦੀ ਪਰਮਿਸ਼ਨ ਜਿਹੜੀ ਹੈ ਉਹ ਜ਼ਰੂਰੀ ਹੁੰਦੀ ਹੈ ਅਗਰ ਬਾਹਰਲੀ ਕੋਈ ਕੰਟਰੀ ਇੱਥੇ ਇੰਡੀਆ ਦੇ ਵਿੱਚ ਇਨਵੈਸਟ ਕਰ ਰਹੀ ਆ। ਦੈਨ ਆਉਂਦੇ ਕਿਸਾਨ ਵਿਕਾਸ ਪੱਤਰ। ਕਿਸਾਨ ਵਿਕਾਸ ਪੱਤਰ ਇੱਕ ਸਮਾਲ ਸੇਵਿੰਗ ਸਕੀਮ ਹੈ ਬਾਈ ਗਵਰਨਮੈਂਟ ਆਫ ਇੰਡੀਆ ਔਰ ਡਾਇਰੈਕਟੋਰੇਟ ਆਫ ਸਮਾਲ ਸੇਵਿੰਗ ਇਹ ਸਕੀਮ ਨੂੰ ਰਨ ਕਰਦਾ ਆ ਔਰ ਇਹ ਜਿਹੜੀ ਹੈ ਪੋਸਟ ਆਫਿਸਿਸ ਜਿਹੜੇ ਹੈ ਉਹ ਇਸ ਸਕੀਮ ਨੂੰ ਸੈਲ ਕਰਦੇ ਨੇ ਅੱਗੇ, ਠੀਕ ਹੈ। ਕਿਸਾਨ ਵਿਕਾਸ ਪੱਤਰਾਂ ਬੇਸਿਕਲੀ ਇਹ ਸਰਟੀਫਿਕੇਟਸ ਹੁੰਦੇ ਆ ਜਸਟ ਲਾਈਕ FDs। ਇਹਨਾਂ ਦੇ ਉੱਤੇ ਇੰਟਰਸਟ ਹੁੰਦਾ ਹੈ, ਇਹਨਾਂ ਦਾ ਮੈਚਿਓਰਿਟੀ ਟਨੋਰ ਹੁੰਦਾ ਆ, ਇਨਵੈਸਟਰ ਦਾ ਨਾਮ ਇਹਦੇ ਉੱਤੇ ਲਿਖਿਆ ਹੁੰਦਾ ਆ, ਰਾਈਟ। ਦੈਨ ਉਸ ਤੋਂ ਬਾਅਦ ਹੈ ਇੰਟਰਸਟ ਰੇਟ ਸਵੈਪ। ਇੰਟਰਸਟ ਰੇਟ ਸਵੈਪ ਜਿਹੜਾ ਕੰਟਰੈਕਚੁਅਲ ਐਗਰੀਮੈਂਟ ਦਾ 2 ਪਾਰਟੀਜ਼ ਦੇ ਵਿੱਚ, ਜਿਹਦੇ ਵਿੱਚ ਉਹ ਮਤਲਬ ਐਗਰੀਮੈਂਟ ਕਰ ਲੈਂਦੇ ਨੇ ਕਿ ਇਨ ਫਿਊਚਰ ਅਗਰ ਉਹ ਇੱਕ ਦੂਸਰੇ ਤੋਂ ਲੋਨ ਲੈਂਦੇ ਨੇ ਤੇ ਕੀ ਉਹ ਇੰਟਰਸਟ ਰੇਟ ਜਿਹੜਾ ਪ੍ਰੋਵਾਈਡ ਕਰਦੇ ਨੇ। ਦੈਨ ਹੈ ਪਬਲਿਕ ਕ੍ਰੈਡਿਟ ਰਜਿਸਟਰੀ। ਪਬਲਿਕ ਕ੍ਰੈਡਿਟ ਰਜਿਸਟਰੀ ਕੀ ਹੈ? ਇੰਡੀਆ ਦੀ ਪੂਰੀ ਕ੍ਰੈਡਿਟ ਇਨਫੋਰਮੇਸ਼ਨ ਜਿਹੜੀ ਕਿ ਸਟੇਕ ਹੋਲਡਰਸ ਕੌਣ ਹੁੰਦੇ? ਜਿਹੜੇ ਬਿਜ਼ਨਸ ਦੇ ਵਿੱਚ ਇਨਵੈਸਟ ਵਗੈਰਾ ਕਰਦੇ ਨੇ, ਠੀਕ ਹੈ, ਜਾਂ ਫੋਰਨ ਕੰਟਰੀਜ਼ ਤੋਂ ਇੱਧਰ ਆ ਕੇ ਇਨਵੈਸਟ ਕਰਦੇ ਨੇ। ਸੋ ਇਹ ਜਿਹੜੀ ਪਬਲਿਕ ਕ੍ਰੈਡਿਟ ਰਜਿਸਟਰੀ ਹੁੰਦੀ ਹੈ ਪਬਲਿਕ ਅਥਾਰਟੀ ਦੇ ਦੁਆਰਾ, ਜਿਵੇਂ ਕਿ RBI ਵਗੈਰਾ ਜਾਂ ਕੋਈ ਵੀ ਬੈਂਕਿੰਗ ਸੁਪਰਵਾਈਜ਼ਰ ਇਹਨੂੰ ਮੇਨਟੇਨ ਕਰਦਾ ਆ। ਦੈਨ ਉਸ ਤੋਂ ਬਾਅਦ ਹੈ ਆਫ ਬੈਲੈਂਸ ਸ਼ੀਟ ਐਕਸਪੋਜ਼ਰ। ਇਹਦਾ ਸਾਫ਼ ਦੇਖਣ ਤੋਂ ਨਾਮ ਤੋਂ ਹੀ ਪਤਾ ਚੱਲ ਰਿਹਾ, ਆਫ ਬੈਲੈਂਸ ਸ਼ੀਟ ਮਤਲਬ ਕਿ ਜਿਹੜੇ ਬੈਲੈਂਸ ਸ਼ੀਟ ਤੋਂ ਬਾਹਰ ਹੈ। ਸੋ ਉਹ ਵਾਲੇ ਐਸੈਟਸ ਜਾਂ ਉਹ ਵਾਲੀਆਂ ਲਾਇਬਿਲਿਟੀਜ਼ ਜਿਹੜੀਆਂ ਕਿ ਕਿਸੇ ਵੀ ਕੰਪਨੀ ਦੀ ਬੈਲੈਂਸ ਸ਼ੀਟ ਦੇ ਉੱਤੇ ਅਪੀਅਰ ਨਹੀਂ ਹੋ ਰਹੀਆਂ, ਜਿਵੇਂ ਕਿ ਲੈਟਰ ਆਫ ਅੰਡਰਟੇਕਿੰਗ ਹੋ ਗਈ, ਲੈਟਰ ਆਫ ਕ੍ਰੈਡਿਟ ਵਗੈਰਾ ਹੋ ਗਈ, ਸੋ ਉਹਨੂੰ ਆਪਾਂ ਆਫ ਬੈਲੈਂਸ ਸ਼ੀਟ ਐਕਸਪੋਜ਼ਰ ਬੋਲਦੇ ਹਾਂ ਜਾਂ ਉਹਦੀ ਕੈਟੇਗਰੀ ਦੇ ਅੰਡਰ ਇਨਕਲੂਡ ਕਰਦੇ ਹਾਂ। ਦੈਨ ਹੈ ਪ੍ਰਾਇਓਰਿਟੀ ਸੈਕਟਰ ਲੈਂਡਿੰਗ। ਪ੍ਰਾਇਓਰਿਟੀ ਸੈਕਟਰ ਲੈਂਡਿੰਗ ਦੇ ਵਿੱਚ ਉਹ ਸੈਕਟਰਸ ਆਉਂਦੇ ਨੇ ਜਿਹਦੇ ਵਿੱਚ ਜਿਨ੍ਹਾਂ ਨੂੰ ਮਤਲਬ ਫੰਡਸ ਦੀ ਕਮੀ ਰਹਿੰਦੀ ਹੈ, ਦਿੱਕਤ ਰਹਿੰਦੀ ਹੈ, ਠੀਕ ਹੈ, ਮਤਲਬ ਪੂਰੀ ਤਰ੍ਹਾਂ ਉਹਨਾਂ ਨੂੰ ਐਕਸੈਸ ਨਹੀਂ ਰਹਿੰਦੀ ਫੰਡਸ ਦੀ। ਸੋ ਇਸ ਲਈ RBI ਨੇ ਪ੍ਰਾਇਓਰਿਟੀ ਸੈਕਟਰ ਲੈਂਡਿੰਗ ਦੀ ਜਿਹੜੀ ਪ੍ਰੋਵੀਜ਼ਨ ਹੈ ਇਹਨੂੰ ਅਡੋਪਟ ਕੀਤਾ ਹੈ ਤਾਂ ਕਿ ਜਿਹੜੇ ਪੂਅਰ ਜਾਂ ਸਮਾਲ ਬਿਜ਼ਨਸ ਸੈਕਟਰ ਹੈ ਉਹਨਾਂ ਨੂੰ ਟਾਈਮ ਸਿਰ ਉਹਨਾਂ ਦੀ ਜਿਹੜੀ ਨੀਡ ਹੈ ਉਹਨੂੰ ਮਤਲਬ ਮੀਟ ਕੀਤਾ ਜਾਵੇ, ਜਿਹਦੇ ਵਿੱਚ ਮੇਨਲੀ ਆਉਂਦਾ ਐਗਰੀਕਲਚਰ, MSMEs, एक्सपोर्ट क्रेडिट, एजुकेशन, हाउसिंग, सोशल इंफ्रास्ट्रक्चर, रीन्यूएबल एनर्जी एंड अदर्स। सो ये जोड़ा मतलब प्रायोरिटी सैक्टर लैंडिंग है 40% होंदा है एक किसी भी बैंक नू अपना जो भी ओदी नैट हैगी है मतलब जिन्ना भी क्रेडिट नैट बैंक क्रेडिट है या क्रेडिट इक्वलेंट अमाउंट ऑफ बैलेंस शीट एक्सपोजर जोड़ा भी हायर होवे ਉਹਦਾ 40% ਮੇਨਟੇਨ ਕਰਕੇ ਰੱਖਣਾ ਹੁੰਦਾ ਆ। ਔਰ ਇਹ ਫਸਟ ਟਾਈਮ 1972 ਦੇ ਵਿੱਚ ਕੀ ਹੈ ਕ੍ਰਿਸ਼ਨ ਸਵਾਮੀ ਕਮੇਟੀ ਨੇ ਇਹਨੂੰ ਡਿਫਾਈਨ ਕੀਤਾ ਸੀ PSL ਨੂੰ, ਰਾਈਟ, ਇੰਪੋਰਟੈਂਟ ਹੈ। ਦੈਨ ਉਸ ਤੋਂ ਬਾਅਦ ਹੈਗਾ ਕ੍ਰੈਡਿਟ ਰੇਟਿੰਗ। ਕ੍ਰੈਡਿਟ ਰੇਟਿੰਗ ਕੀ ਹੈ ਕਿ ਇਹ ਕਿਸੇ ਵੀ ਬੋਰੋਅਰ ਦੀ ਕ੍ਰੈਡਿਟ ਵਰਦੀਨੈਸ ਦੇਖੀ ਜਾਂਦੀ ਹੈ ਕਿ ਮਤਲਬ ਉਹਨੂੰ ਉਹ ਲੋਨ ਲੈਣ ਦੇ ਲਾਇਕ ਹੈਗਾ ਹੈ ਕਿ ਨਹੀਂ ਹੈਗਾ, ਮਤਲਬ ਉਹ ਐਲੀਜੀਬਲ ਹੈਗਾ, ਕਿਤੇ ਉਹ ਡਿਫਾਲਟ ਤਾਂ ਨਹੀਂ ਕਰ ਜੂਗਾ, ਉਹਦੀ ਕੀ ਹਿਸਟਰੀ ਹੈ, ਕੀ ਬੈਕਗਰਾਊਂਡ ਹੈ। ਸੋ ਇਹਨੂੰ ਆਪਾਂ ਕ੍ਰੈਡਿਟ ਰੇਟਿੰਗ ਬੋਲਦੇ ਹਾਂ। ਦੈਨ ਉਸ ਤੋਂ ਬਾਅਦ ਹੈਗਾ ਡਿਪੋਜ਼ਿਟ ਇੰਸ਼ੋਰੈਂਸ ਐਂਡ ਕ੍ਰੈਡਿਟ ਗਰੰਟੀ ਕਾਰਪੋਰੇਸ਼ਨ। ਇਹ ਹੋਲੀ ਓਨ ਸਬਸਿਡਰੀ ਹੈ RBI ਦੀ, ਠੀਕ ਹੈ, ਜਿਹੜੀ ਕਿ ਡਿਪੋਜ਼ਿਟਰਸ ਨੂੰ ਇੰਸ਼ੋਰੈਂਸ ਕਵਰੇਜ ਪ੍ਰੋਵਾਈਡ ਕਰਦੀ ਹੈ। ਜਦੋਂ ਇਹ PMC ਬੈਂਕ ਦਾ ਘੁਟਾਲਾ ਹੋਇਆ ਸੀਗਾ ਉਦੋਂ ਤੱਕ ਇਹਦੀ ਲਿਮਿਟ ਜਿਹੜੀ ਸੀਗੀ ਇੰਸ਼ੋਰੈਂਸ ਦੀ ਡਿਪੋਜ਼ਿਟਰਸ ਦੇ ਇੰਸ਼ੋਰੈਂਸ ਕਵਰ ਜਿਹੜਾ ਪ੍ਰੋਵਾਈਡ ਕੀਤਾ ਗਿਆ ਸੀਗਾ 1 ਲੱਖ ਸੀਗੀ ਪਰ ਡਿਪੋਜ਼ਿਟਰ, ਔਰ ਇਹ ਇਨਕਰੀਜ਼ ਕਰ ਦਿੱਤੀ ਸੀ PMC ਦੇ ਬੈਂਕ ਘੁਟਾਲੇ ਤੋਂ ਬਾਅਦ 5 ਲੱਖ, ਠੀਕ ਹੈ। ਸੋ ਇਹ ਰੀਸੈਂਟਲੀ ਰਿਹਾ, ਇਹ ਕਾਫੀ ਇੰਪੋਰਟੈਂਟ ਹੈ, ਇਹਨੂੰ ਤੁਸੀਂ ਨੋਟ ਡਾਊਨ ਕਰ ਲੈਣਾ। ਪਹਿਲਾਂ ਜਿੱਥੇ ਬੈਂਕ 10 ਪੈਸੇ ਪ੍ਰੋਵਾਈਡ ਕਰਦਾ ਸੀ ਹਰ 100 ਰੁਪਏ ਪਿੱਛੇ, ਠੀਕ ਹੈ, ਹੁਣ ਇਹਦੇ ਲਿਮਿਟ ਇਨਕਰੀਜ਼ ਕਰਨ ਤੋਂ ਬਾਅਦ ਹਰ 100 ਰੁਪਏ ਪਿੱਛੇ 12 ਪੈਸੇ ਜਿਹੜੇ ਆ ਬੈਂਕ ਪ੍ਰੀਮੀਅਮ ਜਿਹੜਾ ਪੇ ਕਰੇਗਾ। ਦੈਨ ਉਸ ਤੋਂ ਬਾਅਦ ਹੈਗਾ ਨੈਫਟ ਤੇ RTGS। ਨੈਫਟ ਦੀ ਫੁੱਲ ਫਾਰਮ ਹੁੰਦੀ ਹੈ ਨੈਸ਼ਨਲ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ। ਇਹ ਨੇਸ਼ਨ ਵਾਈਡ ਪੇਮੈਂਟ ਸਿਸਟਮ ਹੈਗਾ ਆ ਔਰ ਕੋਈ ਵੀ ਬੰਦਾ ਜਿਹੜਾ ਆ ਉਹ ਕਿਸੇ ਦੇ ਅਕਾਊਂਟ ਦੇ ਵਿੱਚ ਵੀ ਜਾਂ ਆਪਣੇ ਅਕਾਊਂਟ ਦੇ ਵਿੱਚ ਵੀ ਜਿਹੜਾ ਨੈਫਟ ਦੇ ਥਰੂ ਪੈਸੇ ਜਿਹੜੇ ਆ ਟ੍ਰਾਂਸਫਰ ਕਰ ਸਕਦਾ ਆ, ਠੀਕ ਹੈ। ਐਂਡ ਇਟ ਇਜ਼ ਐਪਲੀਕੇਬਲ ਟੂ ਬੋਥ ਅਕਾਊਂਟ ਹੋਲਡਰਸ ਐਂਡ ਨॉन ਅਕਾਊਂਟ ਹੋਲਡਰਸ। ਫੰਡਸ ਕੈਨ ਬੀ ਟ੍ਰਾਂਸਫਰਡ ਥਰੂ ਇਲੈਕਟ੍ਰੋਨਿਕ ਮੀਡੀਆ। RTGS ਵੀ ਸੇਮ ਹੈ, ਰੀਅਲ ਟਾਈਮ ਗ੍ਰੋਸ ਸੈਟਲਮੈਂਟ। ਰੀਅਲ ਟਾਈਮ ਬੇਸਿਸ ਦੇ ਉੱਤੇ ਜਿਹੜੀ ਹੈ ਤੁਸੀਂ ਇਕੱਠਿਆਂ ਹੀ ਪੇਮੈਂਟ ਜਿਹੜੀ ਹੈ ਕਰ ਸਕਦੇ ਹੋ, ਕੋਈ ਵੀ ਇਹਦੇ ਲਈ ਟਾਈਮ ਸਲੋਟ ਨਹੀਂ ਹੁੰਦਾ, ਠੀਕ ਹੈ। ਔਰ RBI ਨੇ ਇਹਦੇ ਲਈ ਇੱਕ ਲਿਮਿਟ ਜਿਹੜੀ ਹੈ ਸੈੱਟ ਕੀਤੀ ਹੋਈ ਹੈ ਕਿ ਇੱਕ ਟਾਈਮ 'ਤੇ ਇੱਕ ਬੰਦਾ ਜਿਹੜਾ 2 ਲੱਖ ਰੁਪਏ RTGS ਦੇ ਥਰੂ ਜਿਹੜਾ ਟ੍ਰਾਂਸਫਰ ਕਰਾ ਸਕਦਾ ਆ।
ਦੈਨ IMPS ਮਤਲਬ ਇਮੀਡੀਏਟ ਪੇਮੈਂਟ ਸਰਵਿਸਿਜ਼। ਇਹਦੇ ਵਿੱਚ ਕੁਛ ਨਹੀਂ, ਇਹਦੇ ਵਿੱਚ ਜਿਵੇਂ ਨੈਫਟ ਦੇ ਵਿੱਚ ਬੈਚਿਸ ਦੇ ਵਿੱਚ ਪੇਮੈਂਟ ਜਾਂਦੀ ਹੈ, ਇਹਦੇ ਵਿੱਚ ਕੁਛ ਇੱਦਾਂ ਨਹੀਂ ਹੈਗਾ। ਔਰ 24/7 ਟ੍ਰਾਂਜੈਕਸ਼ਨ ਤੁਸੀਂ ਕਰ ਸਕਦੇ ਆ। ਐਂਡ ਜਦੋਂ ਤੁਸੀਂ ਇਸ ਪਲੇਟਫਾਰਮ ਦੇ ਉੱਤੇ ਰਜਿਸਟਰ ਕਰਾਉਂਦੇ ਹੋ ਤਾਂ ਤੁਹਾਨੂੰ ਮੋਬਾਈਲ ਮਨੀ ਆਈਡੈਂਟੀਫਿਕੇਸ਼ਨ ਨੰਬਰ MPIN ਜਿਹਨੂੰ ਬੋਲਦੇ ਆ ਉਹ ਬੈਂਕ ਪ੍ਰੋਵਾਈਡ ਕਰ ਦਿੰਦਾ। ਇਹ 'ਚ ਤੁਸੀਂ ਮਿਨੀਮਮ 1 ਰੁਪਏ ਤੋਂ ਲੈ ਕੇ 2 ਲੱਖ ਤੱਕ ਦੀ ਟ੍ਰਾਂਸਫਰ ਜਿਹੜੀ ਹੈ ਇਮੀਡੀਏਟ ਪੇਮੈਂਟ ਸਰਵਿਸਿਜ਼ ਦੇ ਥਰੂ ਅਵੇਲ ਕਰ ਸਕਦੇ ਹੋ, ਰਾਈਟ। ਔਰ ਇਹ ਵੀ ਟ੍ਰਾਂਸਫਰ ਹੀ ਹੈ, ਮਤਲਬ ਇਲੈਕਟ੍ਰੋਨਿਕ ਟ੍ਰਾਂਸਫਰ ਹੈ ਥਰੂ ਮੋਬਾਈਲ ਫੋਨਸ। ਹੈਗਾ ਔਨ ਟੈਪ ਆਥੋਰਾਈਜੇਸ਼ਨ ਆਫ ਪੇਮੈਂਟ ਸਿਸਟਮ। ਇਹ 15 ਅਕਤੂਬਰ 2019 ਤੋਂ RBI ਨੇ ਔਨ ਟੈਪ ਫੈਸਿਲਿਟੀ ਜਿਹੜੀ ਹੈ ਪ੍ਰੋਵਾਈਡ ਕੀਤੀ ਕਿ ਮਤਲਬ ਕੋਈ ਵੀ ਐਂਟੀਟੀਜ਼ ਜਿਹੜੀਆਂ ਔਨ ਟੈਪ ਬੈਂਕਿੰਗ ਫੈਸਿਲਿਟੀਜ਼ ਲਈ ਐਲੀਜੀਬਲ ਹੋ ਸਕਦੀਆਂ, ਪ੍ਰੋਵਾਈਡਡ ਉਹਨਾਂ ਨੂੰ ਕੁਛ ਚੀਜ਼ਾਂ ਜਿਹੜੀਆਂ ਮੇਨਟੇਨ ਕਰਨੀਆਂ ਪੈਣਗੀਆਂ ਐਲੀਜੀਬਲ ਹੋਣ ਲਈ, ਜਿਹਦੇ ਵਿੱਚ ਉਹਨਾਂ ਨੇ ਭਾਰਤ ਬਿਲ ਪੇਮੈਂਟ ਆਪਰੇਟਿੰਗ ਯੂਨਿਟ ਲਈ ਕਿਹਾ ਕਿ ਐਂਟੀਟੀਜ਼ ਜਿਹੜੀਆਂ ਇਹ ਵਾਲਾ ਪਲੇਟਫਾਰਮ ਪ੍ਰੋਵਾਈਡ ਕਰਨਾ ਚਾਹੁੰਦੀਆਂ ਨੇ ਉਹਨਾਂ ਦਾ ਘੱਟੋ ਘੱਟ 100 ਕਰੋੜ ਰੁਪਇਆ ਜਿਹੜਾ ਨੈਟ ਵਰਥ ਹੋਣੀ ਚਾਹੀਦੀ ਹੈ। ਔਰ ਇਹ 100 ਕਰੋੜ ਰੁਪਇਆ ਆਲ ਟਾਈਮ ਉਹਨਾਂ ਨੂੰ ਮੇਨਟੇਨ ਕਰਕੇ ਰੱਖਣਾ ਪਊਗਾ। ਦੈਨ ਉਸ ਤੋਂ ਬਾਅਦ ਟ੍ਰੇਡ ਰਿਸੀਵੇਬਲ ਡਿਸਕਾਊਂਟਿੰਗ ਸਿਸਟਮ, ਉਹਦੇ ਵਾਸਤੇ ਜਿਹੜੀ ਮਿਨੀਮਮ ਪੇਡ ਅਪ ਇਕੁਇਟੀ ਕੈਪੀਟਲ ਹੈ 25 ਕਰੋੜ ਰੁਪਏ ਅਤੇ ਵਾਈਟ ਲੇਬਲ ATMs ਵਾਸਤੇ 100 ਕਰੋੜ ਰੁਪਏ। ਫਾਈਨੈਂਸ਼ੀਅਲ ਮਾਰਕੀਟਸ ਇੰਡੀਆ ਦੇ ਵਿੱਚ ਦੋ ਤਰ੍ਹਾਂ ਦੀਆਂ ਨੇ, ਇੱਕ ਮਨੀ ਮਾਰਕੀਟ ਹੈ ਔਰ ਇੱਕ ਕੈਪੀਟਲ ਮਾਰਕੀਟ ਹੈ। ਮਨੀ ਮਾਰਕੀਟ ਜਿਹੜੀਆਂ ਸ਼ਾਰਟ ਟਰਮ ਫੰਡਸ ਨੂੰ ਫੁੱਲਫਿਲ ਕਰਦੀਆਂ, ਠੀਕ ਹੈ, ਬਿਕੋਜ਼ ਜਿਹੜੇ ਮਤਲਬ ਕੰਪਨੀਜ਼ ਹੁੰਦੀਆਂ ਨੇ, ਮੰਨ ਲਓ ਇੰਸ਼ੋਰੈਂਸ ਕੰਪਨੀਜ਼ ਹੋ ਗਏ, ਠੀਕ ਹੈ, ਮਿਊਚੁਅਲ ਫੰਡਸ ਵਗੈਰਾ ਹੋ ਗਏ, NBFCs ਹੋ ਗਏ, ਸਟੇਟ ਗਵਰਨਮੈਂਟਸ ਹੋ ਗਈਆਂ ਜਾਂ PSUs ਹੋ ਗਏ, ਪ੍ਰਾਇਮਰੀ ਡੀਲਰਸ ਹੋ ਗਏ। ਪ੍ਰਾਇਮਰੀ ਡੀਲਰਸ ਮੈਂ ਤੁਹਾਨੂੰ ਦੱਸਿਆ ਸੀਗਾ ਉਹ ਕੰਪਨੀਜ਼ ਜਿਹੜੀਆਂ RBI ਦੇ ਨਾਲ ਰਜਿਸਟਰਡ ਹੁੰਦੀਆਂ ਨੇ ਔਰ ਉਹ ਗਵਰਨਮੈਂਟ ਸਿਕਿਉਰਿਟੀਜ਼ ਨੂੰ ਸੇਲ ਵੀ ਕਰ ਸਕਦੀਆਂ ਨੇ, ਪਰਚੇਜ਼ ਵੀ ਕਰ ਸਕਦੀਆਂ ਨੇ, ਹੈ ਨਾ। ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀ। ਸੋ ਇਹ ਸਾਰੀਆਂ ਜਿਹੜੀਆਂ ਇਹਨਾਂ ਨੂੰ ਡੇਲੀ ਬੇਸਿਸ 'ਤੇ ਲਿਕੁਇਡਿਟੀ ਇਹਨਾਂ ਦੀਆਂ ਨੀਡਸ ਹੁੰਦੀਆਂ ਨੇ, ਸ਼ਾਰਟ ਟਰਮ ਬੇਸਿਸ 'ਤੇ ਹੁੰਦੀਆਂ ਨੇ, ਲੌਂਗ ਟਰਮ ਬੇਸਿਸ 'ਤੇ ਵੀ ਹੁੰਦੀਆਂ ਨੇ। ਜਦੋਂ ਲੈਸ ਦੈਨ 1 ਈਅਰ ਔਰ ਲੈਸ ਦੈਨ 364 ਡੇਜ਼ ਆਪਾਂ ਉਹਨਾਂ ਦੀਆਂ ਨੀਡਸ ਨੂੰ ਪੂਰਾ ਕਰਨ ਦੀ ਗੱਲ ਕਰਦੇ ਹਾਂ, ਫੰਡਸ ਦੀ ਜਿਹੜੀ ਨੀਡਸ ਹੈ ਉਹਨੂੰ ਆਪਾਂ ਮਨੀ ਮਾਰਕੀਟ ਦੇ ਵਿੱਚੋਂ ਕਰਦੇ ਹਾਂ, ਠੀਕ ਹੈ। ਸੋ ਇਹ ਸਾਰੇ ਹੀ ਪਲੇਅਰਸ ਜਿਹੜੇ ਮਨੀ ਮਾਰਕੀਟ ਦਾ ਵੀ ਪਾਰਟ ਹੁੰਦੇ ਨੇ, ਇਹ ਸਾਰੇ ਪਲੇਅਰਸ ਜਿਹੜੇ ਕੈਪੀਟਲ ਮਾਰਕੀਟ ਦਾ ਵੀ ਪਾਰਟ ਹੁੰਦੇ ਨੇ, ਪ੍ਰੋਵਾਈਡਡ ਕਿ ਜਦੋਂ ਇਹ ਸ਼ਾਰਟ ਟਰਮ ਲਈ ਯਾਨੀ ਕਿ ਲੈਸ ਦੈਨ 364 ਡੇਜ਼ ਲਈ ਇਹ ਫੰਡਸ ਪ੍ਰੋਵਾਈਡ ਕਰਦੇ ਆ ਅਤੇ ਆਪਾਂ ਉਹਨਾਂ ਨੂੰ ਮਨੀ ਮਾਰਕੀਟ ਬੋਲ ਦਿੰਦੇ ਹਾਂ। ਔਰ ਜਦੋਂ ਇਹ ਲੌਂਗ ਟਰਮ ਵਾਸਤੇ ਫੰਡਸ ਪ੍ਰੋਵਾਈਡ ਕਰਦੇ ਆ ਅਤੇ ਉਹਨੂੰ ਆਪਾਂ ਕੈਪੀਟਲ ਮਾਰਕੀਟ ਪ੍ਰੋਵਾਈਡ ਕਰਦੇ ਹਾਂ। ਬੇਸਿਕਲੀ ਇੱਕ ਸਿੰਗਲ ਮਾਰਕੀਟ ਹੁੰਦੀ ਹੈ, ਠੀਕ ਹੈ, ਚਾਹੇ ਉਹ ਕੈਪੀਟਲ ਹੈ ਚਾਹੇ ਉਹ ਮਨੀ ਮਾਰਕੀਟ ਹੈ, ਬਟ ਆਪਾਂ ਇਹਨੂੰ ਕਲੈਕਸ਼ਨ ਆਫ ਮਾਰਕੀਟ ਬੋਲ ਸਕਦੇ ਹਾਂ ਫॉर ਸੈਵਰਲ ਇੰਸਟਰੂਮੈਂਟਸ, ਠੀਕ ਹੈ। ਸੋ ਇਹ ਇੱਕ ਤਰ੍ਹਾਂ ਦੀ ਮਤਲਬ ਹੋਲਸੇਲ ਮਾਰਕੀਟ ਹੁੰਦੀ ਹੈ ਡੈਟ ਇੰਸਟਰੂਮੈਂਟਸ ਵਾਸਤੇ, ਚਾਹੇ ਉਹ ਸ਼ਾਰਟ ਟਰਮ ਹੈ ਚਾਹੇ ਉਹ ਲੌਂਗ ਟਰਮ ਡੈਟ ਇੰਸਟਰੂਮੈਂਟਸ ਹੈ। ਅਗਰ ਸ਼ਾਰਟ ਟਰਮ ਡੈਟ ਇੰਸਟਰੂਮੈਂਟਸ ਹੈ ਤਾਂ ਫਿਰ ਉਹਨੂੰ ਆਪਾਂ ਮਨੀ ਮਾਰਕੀਟ ਦੇ ਵਿੱਚ ਇਨਕਲੂਡ ਕਰਾਂਗੇ, ਜੇ ਲੌਂਗ ਟਰਮ ਹੈ ਤਾਂ ਫਿਰ ਉਹਨੂੰ ਆਪਾਂ ਕੈਪੀਟਲ ਮਾਰਕੀਟ ਦੇ ਵਿੱਚ ਇਨਕਲੂਡ ਕਰਾਂਗੇ। ਮਨੀ ਮਾਰਕੀਟ ਦੇ ਵਿੱਚ ਜੋ ਸਭ ਤੋਂ ਪਹਿਲੀ ਇੰਸਟਰੂਮੈਂਟ ਹੈਗੀ ਹੈ ਕਾਲ ਮਨੀ। ਇਹਦੇ ਵਿੱਚ ਕਾਲ ਮਨੀ ਹੁੰਦਾ ਜੇ ਤੁਸੀਂ ਇੱਕ ਦਿਨ ਵਾਸਤੇ, ਠੀਕ ਹੈ, ਇੱਕ ਦਿਨ ਵਾਸਤੇ ਪੈਸੇ ਜਿਹੜੇ ਆ ਬੋਰੋ ਕਰਦੇ ਹੋ ਅਤੇ ਦੈਨ ਉਹਨੂੰ ਆਪਾਂ ਕਾਲ ਮਨੀ ਕਹਿੰਦੇ ਹਾਂ। ਜੇ ਤੁਸੀਂ 14 ਦਿਨ ਤੱਕ ਜਿਹੜੇ ਪੈਸੇ ਬੋਰੋ ਕਰਦੇ ਆ ਅਤੇ ਉਹਨੂੰ ਆਪਾਂ ਨੋਟਿਸ ਮਨੀ ਬੋਲਦੇ ਹਾਂ। ਚੱਕਰਵਰਤੀ ਕਮੇਟੀ ਨੇ 1985 ਦੇ ਵਿੱਚ ਫਸਟ ਟਾਈਮ ਇੱਕ ਆਰਗੇਨਾਈਜ਼ਡ ਮਨੀ ਮਾਰਕੀਟ ਦੀ ਜਿਹੜੀ ਹੈ ਉਹ ਨੀਡ ਜਤਾਈ, ਜਿਹਨੂੰ ਕਿ ਵਾਹੁਲ ਕਮੇਟੀ ਨੇ ਉਹਦਾ ਜਿਹੜਾ ਬਲੂ ਪ੍ਰਿੰਟ ਸੀਗਾ ਉਹ ਤਿਆਰ ਕੀਤਾ। ਹੁਣ ਸਭ ਤੋਂ ਪਹਿਲਾਂ ਆਪਾਂ ਕਾਲ ਮਨੀ ਦੇ ਜਿਹੜੇ ਆ ਉਹ ਦੇਖਦੇ ਹਾਂ ਫੀਚਰਸ ਕੀ ਨੇ। ਸੋ ਇਹ ਇੱਕ ਇੰਟਰ ਬੈਂਕ ਮਾਰਕੀਟ ਹੈ ਜਿਹਦੇ ਵਿੱਚ ਫੰਡਸ ਜਿਹੜੇ ਆ ਲੈਸ ਦੈਨ 1 ਡੇ ਵਾਸਤੇ ਬੋਰੋ ਕੀਤੇ ਜਾਂਦੇ, ਇੱਕ ਦਿਨ ਤੋਂ ਵੀ ਘੱਟ ਜਾਂ ਇੱਕ ਦਿਨ ਵਾਸਤੇ। ਜੇਕਰ ਇੱਕ ਦਿਨ ਤੋਂ ਲੈ ਕੇ 14 ਦਿਨ ਤੱਕ, ਠੀਕ ਹੈ, ਜੇਕਰ ਤਾਂ ਇੱਕ ਦਿਨ ਤੋਂ ਘੱਟ ਹੈ ਤਾਂ ਫਿਰ ਕਾਲ ਮਨੀ ਆਪਾਂ ਉਹਨੂੰ ਕਵਾਂਗੇ। ਜੇ ਇੱਕ ਦਿਨ ਤੋਂ ਲੈ ਕੇ 14 ਦਿਨਾਂ ਤੱਕ ਬੋਰੋ ਕਰਦੇ ਹਾਂ ਤਾਂ ਉਹਨੂੰ ਆਪਾਂ ਨੋਟਿਸ ਮਨੀ ਬੋਲਾਂਗੇ। ਹੁਣ ਇਹਦੇ ਵਿੱਚ ਜਿਹੜੇ ਬੋਰੋਅਰਸ ਅਤੇ ਲੈਂਡਰਸ ਉਹ ਕੌਣ ਹੋ ਸਕਦੇ ਨੇ, ਯਾਨੀ ਕਿ ਜਿਹੜੇ ਪੈਸੇ ਦੇ ਵੀ ਸਕਦੇ ਆ ਅਤੇ ਪੈਸੇ ਚੁੱਕ ਵੀ ਸਕਦੇ ਆ। ਮਿਊਚੁਅਲ ਫੰਡਸ ਹੋ ਗਏ, ਸਕੈਡਿਊਲਡ ਕਮਰਸ਼ੀਅਲ ਅਤੇ ਕੋਆਪਰੇਟਿਵ ਬੈਂਕਸ, ਇਹ ਬੋਰੋਅਰਸ ਵੀ ਹੋ ਸਕਦੇ ਨੇ ਅਤੇ ਲੈਂਡਰਸ ਵੀ ਹੋ ਸਕਦੇ ਨੇ। ਬਟ LIC, ਠੀਕ ਹੈ, GIC ਜਨਰਲ ਇੰਸ਼ੋਰੈਂਸ ਕਾਰਪੋਰੇਸ਼ਨ, ਨਾਬਾਰਡ ਹੋ ਗਿਆ, IDBI, ਇਹ ਬੋਰੋ ਨਹੀਂ ਕਰ ਸਕਦੇ, ਇਹ ਸਿਰਫ ਲੈਂਡਰਸ ਹੀ ਐਕਟ ਕਰਨਗੇ, ਮਤਲਬ ਇਹ ਪੈਸੇ ਉਧਾਰੇ ਦੇ ਸਕਦੇ ਆ, ਲੈ ਨਹੀਂ ਸਕਦੇ, ਠੀਕ ਹੈ। ਸੋ ਇਹ ਇੰਪੋਰਟੈਂਟ ਹੈ। ਸੋ ਟ੍ਰੇਜਰੀ ਬਿਲਸ ਦੀ ਗੱਲ ਕਰਾਂਗੇ। ਸੋ ਇਹ RBI ਜਿਹੜੀ ਹੈ ਗਵਰਨਮੈਂਟ ਦੇ ਬਿਹਾਫ ਦੇ ਉੱਤੇ ਇਸ਼ੂ ਕਰਦੀ ਆ, ਰਾਈਟ। ਸੋ ਇਹ ਜਿਹੜੇ ਟ੍ਰੇਜਰੀ ਬਿਲਸ ਹੁੰਦੇ ਨੇ ਬੇਸਿਕਲੀ ਇਹ 365 ਡੇਜ਼ ਤੋਂ ਮਤਲਬ ਘੱਟ ਹੁੰਦੇ ਨੇ ਦਿਨਾਂ ਦੇ, ਇਸ ਲਈ ਇਹਨਾਂ ਨੂੰ ਟ੍ਰੇਜਰੀ ਬਿਲਸ ਬੋਲਦੇ ਨੇ। ਜੇ ਇਹ 365 ਡੇਜ਼ ਤੋਂ ਉੱਪਰ ਹੋ ਜਾਣ ਤਾਂ ਫਿਰ ਇਹਨਾਂ ਨੂੰ ਆਪਾਂ ਜਿਹੜੇ ਹੈ ਬੌਂਡਸ ਕਵਾਂਗੇ, ਫਿਰ ਇਹਨਾਂ ਨੂੰ ਆਪਾਂ T ਬਿਲਸ ਨਹੀਂ ਕਵਾਂਗੇ, ਅਤੇ ਫਿਰ ਇਹ ਮਨੀ ਮਾਰਕੀਟ ਦੀ ਵੀ ਐਂਬਿਟ ਤੋਂ ਬਾਹਰ ਹੋ ਜਾਣਗੇ ਬਿਕੋਜ਼ 365 ਡੇਜ਼ ਨੂੰ ਐਕਸੀਡ ਕਰ ਜਾਣਗੇ, ਰਾਈਟ। ਸੋ ਇਹ ਪਹਿਲਾਂ ਐਡਹੌਕ ਵੀ ਹੁੰਦੇ ਸੀਗੇ, ਪਰਮਾਨੈਂਟ ਵੀ ਹੁੰਦੇ ਸੀਗੇ, ਬਾਅਦ ਵਿੱਚ ਇਹਨਾਂ ਨੇ ਐਡਹੌਕ ਟ੍ਰੇਜਰੀ ਬਿਲਸ ਜਿਹੜੇ ਸੀਗੇ ਉਹਨਾਂ ਨੂੰ ਖ਼ਤਮ ਕਰ ਦਿੱਤਾ ਅਤੇ ਉਹਦੀ ਜਗ੍ਹਾ 'ਤੇ ਵੇਜ਼ ਐਂਡ ਮੀਨਸ ਐਡਵਾਂਸਿਸ ਜਿਹੜੇ ਆ ਉਹ RBI ਲੈ ਆਈ। ਵੇਜ਼ ਐਂਡ ਮੀਨਸ ਐਡਵਾਂਸਿਸ ਜਿਹੜੇ ਆ ਉਹ 3 ਮਹੀਨੇ ਵਾਸਤੇ RBI ਜਿਹੜੀ ਹੈ ਵੇਜ਼ ਐਂਡ ਮੀਨਸ ਐਡਵਾਂਸਿਸ ਦੇ ਥਰੂ
ਗਵਰਨਮੈਂਟ ਨੂੰ ਪੈਸਾ ਦਿੰਦੀ ਹੈ, ਰਾਈਟ, ਲੋਨ ਦੀ ਫਾਰਮ ਦੇ ਵਿੱਚ ਕਹਿ ਲਓ। ਵੇਜ਼ ਐਂਡ ਮੀਨਸ ਐਡਵਾਂਸਿਸ ਇਹ ਵੀ ਇੰਪੋਰਟੈਂਟ ਹੈ, ਆਪਾਂ ਬਜਟ ਦੇ ਵਿੱਚ ਵੀ ਕੀਤਾ ਸੀਗਾ। ਸੋ ਐਟ ਪ੍ਰੈਜ਼ੈਂਟ ਜਿਹੜੇ ਆ ਇਹ ਦੋ ਤਰ੍ਹਾਂ ਦੇ ਟੀ ਬਿਲਸ ਨੇ, ਪਹਿਲਾਂ 3 ਤਰ੍ਹਾਂ ਦੇ ਹੁੰਦੇ ਸੀ, ਇੱਥੇ 3 ਟਾਈਪਸ ਹੀ ਲਿਖਿਆ ਆ। ਸੋ ਇਹਨੂੰ ਕਰੈਕਟ ਕਰ ਲੈਣਾ, 2 ਟਾਈਪਸ ਆਫ ਟੀ ਬਿਲਸ ਹੀ ਇਸ ਵੇਲੇ 91 ਡੇ ਅਤੇ 364 ਡੇ ਦੇ। ਪਹਿਲਾਂ 181 ਡੇਜ਼ ਦੇ ਵੀ ਹੁੰਦੇ ਸੀਗੇ, ਹੁਣ ਗਵਰਨਮੈਂਟ ਨੇ ਇਹਨੂੰ ਅਬੋਲਿਸ਼ ਕਰ ਦਿੱਤਾ ਆ। ਸੋ ਇਹਨੂੰ ਸਿਰਫ ਸੈਂਟਰਲ ਗਵਰਨਮੈਂਟ ਇਸ਼ੂ ਕਰ ਸਕਦੀ ਹੈ ਟੀ ਬਿਲਸ ਨੂੰ, ਸਟੇਟ ਗਵਰਨਮੈਂਟ ਇਹਨੂੰ ਇਸ਼ੂ ਨਹੀਂ ਕਰ ਸਕਦੀ। ਸੋ ਇਹਦੇ ਵਿੱਚ ਜਿਹੜੇ ਆ ਬੇਸਿਕਲੀ ਸ਼ਾਰਟ ਟਰਮ ਜਿਹੜਾ ਲਿਕੁਇਡਿਟੀ ਕਰੰਚ ਆਉਂਦਾ ਆ ਉਹਨੂੰ ਫੁਲਫਿਲ ਕਰਨ ਵਾਸਤੇ ਟੀ ਬਿਲਸ ਜਿਹੜੇ ਆ ਵਰਤੇ ਜਾਂਦੇ ਆ। ਗਵਰਨਮੈਂਟ ਇਹਨੂੰ ਰੇਜ਼ ਕਰਦੀ ਹੈ ਥਰੂ RBI ਐਂਡ ਦੇ ਆਰ ਇਸ਼ੂਡ ਬਾਏ ਮਾਰਕੀਟ ਸਟੈਬਲਾਈਜੇਸ਼ਨ ਸਕੀਮ। ਮਾਰਕੀਟ ਸਟੈਬਲਾਈਜੇਸ਼ਨ ਸਕੀਮ ਜਿਹੜੀ ਹੈ 2004 ਦੇ ਵਿੱਚ ਆਈ ਸੀਗੀ, ਗਵਰਨਮੈਂਟ ਆਫ ਇੰਡੀਆ ਨੂੰ ਲੈ ਕੇ ਆਈ ਸੀਗੀ ਇਨ ਕੰਸਲਟੇਸ਼ਨ ਵਿਦ RBI, ਤਾਂ ਕਿ ਜਿਹੜੀ ਐਕਸੈਸਿਵ ਲਿਕੁਇਡਿਟੀ ਆ ਮਾਰਕੀਟ ਦੇ ਵਿੱਚ, ਠੀਕ ਹੈ, ਉਹਨੂੰ ਐਬਜ਼ੌਰਬ ਕੀਤਾ ਜਾ ਸਕੇ। ਸੋ ਅਵੇਲੇਬਲ ਜਿਹੜੇ ਹੈ ਟੀ ਬਿਲਸ ਹੁੰਦੇ ਆ, ਥੀਸ ਆਰ ਅਵੇਲੇਬਲ ਫॉर ਅ ਮਿਨੀਮਮ ਅਮਾਊਂਟ ਆਫ ₹25,000 ਔਰ ਇਨ ਮਲਟੀਪਲਾਈਜ਼ ਆਫ दैट। ਦੈਨ ਹੈਗਾ ਕੈਸ਼ ਮੈਨੇਜਮੈਂਟ ਬਿਲਸ। ਕੈਸ਼ ਮੈਨੇਜਮੈਂਟ ਬਿਲ ਵੀ ਸ਼ਾਰਟ ਟਰਮ ਇੰਸਟਰੂਮੈਂਟ ਹੈ ਜਿਹੜੀ ਕਿ RBI ਇਸ਼ੂ ਕਰਦਾ ਹੁੰਦਾ ਬਿਹਾਫ ਆਫ ਗਵਰਨਮੈਂਟ। ਹੁਣ ਇਹਦੇ ਵਿੱਚ ਇਹ ਵੀ ਕ੍ਰੈਡਿਟ ਕਰੰਚ ਨੂੰ ਹੀ, ਜਿਹੜਾ ਸ਼ਾਰਟ ਟਰਮ ਕ੍ਰੈਡਿਟ ਕਰੰਚ ਆ ਨੂੰ ਮਿਸਮੈਚ ਨੂੰ ਪੂਰਾ ਕਰਦੀ ਹੈ। ਟੀ ਬਿਲਸ ਦੇ ਵਾਂਗ ਹੀ ਹੁੰਦੀ ਹੈ, ਬਸ ਇਹਦੇ ਵਿੱਚ ਕੀ ਹੈ, ਇਹ 91 ਡੇਜ਼ ਤੋਂ ਘੱਟ, ਜਿੱਦਾਂ ਆਪਾਂ ਟੀ ਬਿਲਸ ਕੀਤਾ ਕਿ 91 ਡੇਜ਼ ਵਾਸਤੇ ਤੇ 364 ਡੇਜ਼ ਵਾਸਤੇ ਇਸ਼ੂ ਹੁੰਦੇ ਆ, 181 ਵਾਲੇ ਅਬੋਲਿਸ਼ ਹੋ ਗਿਆ। ਸੋ ਇਹ 91 ਡੇਜ਼ ਤੋਂ ਘੱਟ ਅਗਰ ਗਵਰਨਮੈਂਟ ਨੂੰ ਜਿਹੜਾ ਕ੍ਰੈਡਿਟ ਚਾਹੀਦਾ, ਸੋ ਉਸ ਕੇਸ ਦੇ ਵਿੱਚ ਉਹ ਕੈਸ਼ ਮੈਨੇਜਮੈਂਟ ਬਿਲਸ ਜਿਹੜੇ ਆ ਰੇਜ਼ ਕਰਦੀ ਆ। ਹੁਣ ਤੁਸੀਂ ਕਹੋਗੇ ਕਿ ਜਿਹੜੇ ਵੇਜ਼ ਐਂਡ ਮੀਨਸ ਐਡਵਾਂਸਿਸ ਹੁੰਦੇ ਨੇ ਉਹ ਵੀ ਤਾਂ 3 ਮਹੀਨੇ ਵਾਸਤੇ ਹੀ ਹੁੰਦੇ, ਉਹ ਵੀ RBI ਲੋਨ ਪ੍ਰੋਵਾਈਡ ਕਰਦੀ ਹੈ ਗਵਰਨਮੈਂਟ ਨੂੰ, ਬਟ ਡਿਫਰੈਂਸ ਕੀ ਹੁੰਦਾ ਕੈਸ਼ ਮੈਨੇਜਮੈਂਟ ਬਿੱਲ ਦੇ ਵਿੱਚ ਤੇ ਵੇਜ਼ ਐਂਡ ਮੀਨਸ ਐਡਵਾਂਸਿਸ ਦੇ ਵਿੱਚ, ਕਿ ਜਿਹੜੇ ਕੈਸ਼ ਮੈਨੇਜਮੈਂਟ ਬਿਲਸ ਹੈ, ਜਿਹੜੇ ਵੇਜ਼ ਐਂਡ ਮੀਨਸ ਐਡਵਾਂਸਿਸ ਹੈ, ਉਹਦੇ ਵਿੱਚ RBI ਡਾਇਰੈਕਟਲੀ ਆਪਣੇ ਆਪ ਹੀ ਗਵਰਨਮੈਂਟ ਨੂੰ ਲੋਨ ਦਿੰਦੀ ਹੈ। ਬਟ ਜਿਹੜੇ ਕੈਸ਼ ਮੈਨੇਜਮੈਂਟ ਬਿੱਲ ਹੈ ਇਹਦੇ ਵਿੱਚ RBI ਜਿਹੜੀ ਹੈ ਗਵਰਨਮੈਂਟ ਸਿਕਿਉਰਿਟੀਜ਼ ਨੂੰ ਮਾਰਕੀਟ ਦੇ ਵਿੱਚ ਸੇਲ ਕਰਕੇ ਫਿਰ RBI ਨੂੰ ਜਿਹੜਾ ਆ ਉਹ ਪੈਸੇ ਦਿੰਦੀ ਹੈ, ਠੀਕ ਹੈ। ਸੋ ਇਹ ਚੀਜ਼ ਇੰਪੋਰਟੈਂਟ ਹੈ ਕਿ RBI ਜਿਹੜੀ ਹੈ ਆਪਣੇ ਆਪ ਹੀ ਬਿੱਲ ਜਿਹੜੇ ਹੈ ਉਹ ਸੈਲ ਕਰੇਗੀ, ਅਤੇ ਜੇਕਰ ਉਹ ਬਿੱਲ ਜਿਹੜੇ ਆ ਮੰਨ ਲਓ ਰਿਜੈਕਟ ਹੋ ਗਿਆ ਔਰ ਐਮਰਜੈਂਸੀ ਹੈ, ਫਿਰ ਉਹ ਵੇਜ਼ ਐਂਡ ਮੀਨਸ ਐਡਵਾਂਸਿਸ ਦੇ ਥਰੂ ਗਵਰਨਮੈਂਟ ਦੀ ਜਿਹੜੀ ਕ੍ਰੈਡਿਟ ਜੋ ਵੀ ਡਿਮਾਂਡ ਹੈਗੀ ਆ ਉਹਨੂੰ ਫੁਲਫਿਲ ਕਰੇਗੀ। ਸੋ ਇਹ ਕੈਸ਼ ਮੈਨੇਜਮੈਂਟ ਬਿੱਲ ਜਿਹੜੇ ਫਸਟ ਟਾਈਮ 2010 ਦੇ ਵਿੱਚ ਯੂਜ਼ ਹੋਏ ਸੀਗੇ, ਰਾਈਟ। ਸਰਟੀਫਿਕੇਟ ਆਫ ਡਿਪੋਜ਼ਿਟਸ ਜਿਹੜੇ ਆ ਸਕੈਡਿਊਲਡ ਕਮਰਸ਼ੀਅਲ ਬੈਂਕਸ ਅਤੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਇਹਨਾਂ ਨੂੰ ਇਸ਼ੂ ਕਰਦੇ ਆ। ਰੀਜਨਲ ਰੂਰਲ ਬੈਂਕਸ ਅਤੇ ਲੋਕਲ ਏਰੀਆ ਬੈਂਕਸ ਇਹਨਾਂ ਨੂੰ ਇਸ਼ੂ ਨਹੀਂ ਕਰ ਸਕਦੇ। ਔਰ ਇਹ ਵੀ ਜਿਹੜੇ ਆ ਜੋ ਫੇਸ ਵੈਲਿਊ ਇਹਨਾਂ ਦੀ ਹੁੰਦੀ, ਮੰਨ ਲਓ ਜਿੱਦਾਂ ਆਪਾਂ 100 ਕਰੋੜ ਦੀ ਐਗਜ਼ਾਮਪਲ ਲਈ ਸੀਗੀ ਹੈ ਨਾ, ਸੋ ਇਹ ਉਹਦੇ 'ਤੇ ਡਿਸਕਾਊਂਟ ਦਿੱਤਾ ਜਾਂਦਾ, ਡਿਸਕਾਊਂਟਡ ਵੈਲਿਊ ਦੇ ਉੱਤੇ ਜਿਹੜਾ ਇਸ਼ੂ ਕੀਤੇ ਜਾਂਦੇ ਆ। ਬੇਸਿਕਲੀ ਇਹ ਇੱਕ FD ਦੀ ਤਰ੍ਹਾਂ ਹੀ ਹੁੰਦੇ ਆ, ਬਟ FD ਲੌਂਗ ਟਰਮ ਦੀ ਹੁੰਦੀ ਹੈ, ਇੱਕ ਸ਼ਾਰਟ ਟਰਮ ਦੀ ਆਪਾਂ ਜਿੱਦਾਂ FD ਕਹਿ ਲਈਏ ਹੈ ਨਾ, ਵੀ 1 ਸਾਲ ਤੱਕ ਦੀ, 1 ਹਫ਼ਤੇ ਤੋਂ ਲੈ ਕੇ 1 ਸਾਲ ਤੱਕ ਦੀ ਜਿੱਦਾਂ FD ਕਹਿ ਲਓ ਉਹਨੂੰ, ਅਤੇ ਉਹ ਸਰਟੀਫਿਕੇਟ ਆਫ ਡਿਪੋਜ਼ਿਟਸ ਹੁੰਦਾ। ਇਹ 'ਤੇ ਕਾਫੀ ਜ਼ਿਆਦਾ ਹਾਈ ਇੰਟਰਸਟ ਰੇਟਸ ਹੁੰਦਾ ਹੈ ਇਨ ਕੰਪੈਰੀਜ਼ਨ ਟੂ ਸੇਵਿੰਗ ਅਕਾਊਂਟਸ ਦੀ ਜੇਕਰ ਆਪਾਂ ਗੱਲ ਕਰੀਏ, ਅਤੇ ਮਿਨੀਮਮ ਅਮਾਊਂਟ ਇਹਦੇ ਵਿੱਚ 1 ਲੱਖ ਹੁੰਦਾ ਆ। ਜਨਰਲੀ ਜਦੋਂ ਮਤਲਬ ਕ੍ਰੈਡਿਟ ਦੀ ਡਿਮਾਂਡ ਬਹੁਤ ਜ਼ਿਆਦਾ ਹਾਈ ਹੁੰਦੀ ਹੈ ਬਟ ਬੈਂਕਸ ਦੇ ਕੋਲ ਡਿਪੋਜ਼ਿਟਸ ਬਹੁਤ ਘੱਟ ਹੁੰਦਾ ਆ, ਉਸ ਕੇਸ ਦੇ ਵਿੱਚ ਬੈਂਕਸ ਜਿਹੜੇ ਆ ਇਹ ਸਰਟੀਫਿਕੇਟ ਆਫ ਡਿਪੋਜ਼ਿਟਸ ਇਸ਼ੂ ਕਰਦੇ ਆ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਵਿਆਜ ਹੈ ਉਹ ਲੈ ਸਕਣ, ਠੀਕ ਹੈ। ਸੋ ਇਹ ਮੇਨਲੀ ਇਹਦੇ 'ਚ ਜਿਹੜੇ ਇਨਵੈਸਟ ਕਰਦੇ ਇੰਡੀਵਿਜੂਅਲਸ ਵੀ ਕਰ ਲੈਂਦੇ, ਕਾਰਪੋਰੇਟਸ ਵੀ, ਮਿਊਚੁਅਲ ਫੰਡ, ਟਰਸਟ ਵੀ, NRIs ਵਗੈਰਾ ਵੀ ਇਹਦੇ ਵਿੱਚ ਇਨਵੈਸਟ ਕਰ ਲੈਂਦੇ ਆ। ਕਮਰਸ਼ੀਅਲ ਪੇਪਰ ਜਿਹੜੇ ਅਨਸਿਕਿਓਰਡ ਪ੍ਰੋਮਿਸਰੀ ਨੋਟਸ ਹੁੰਦੇ ਵਿਚ ਆਰ ਹੈਵਿੰਗ ਦਾ ਕਰੈਕਟਰ ਆਫ ਪ੍ਰੋਮਿਸ ਇਸ਼ੂਡ ਬਾਈ ਲਾਰਜ ਕਾਰਪੋਰੇਟਸ। ਸੋ ਇਹ ਬੇਸਿਕਲੀ ਜਿਹੜੇ ਅਵੇਲੇਬਲ ਹੁੰਦੇ ਨੇ, ਜਿਹੜੇ ਬਹੁਤ ਹੀ ਜ਼ਿਆਦਾ ਕ੍ਰੈਡਿਟ ਵਰਦੀ ਕਾਰਪੋਰੇਟਸ ਹੁੰਦੀਆਂ ਨੇ, ਹਾਈ ਰੇਟਡ ਕੰਪਨੀਜ਼ ਹੁੰਦੀਆਂ ਨੇ, ਠੀਕ ਹੈ। ਸੋ ਇਹ ਉਹਨਾਂ ਨੂੰ ਅਵੇਲੇਬਲ ਹੁੰਦੇ ਨੇ, ਔਰ ਚਾਹੇ ਉਹ ਬੈਂਕਸ ਹੋਣ ਚਾਹੇ ਉਹ ਕੰਪਨੀਜ਼ ਹੋਣ, ਬਟ ਇਹ ਰਜਿਸਟਰਡ ਕਾਰਪੋਰੇਟਸ ਬੋਡੀਜ਼ ਹੋਣੀਆਂ ਚਾਹੀਦੀਆਂ ਹੈ, ਔਰ ਇਹ NRIs ਲਈ ਵੀ ਅਵੇਲੇਬਲ ਹੁੰਦੇ ਨੇ। ਔਰ ਡਿਪੈਂਡਿੰਗ ਅਪੋਨ ਕਿਸ ਤਰ੍ਹਾਂ ਦੀ ਨੇਚਰ ਹੈ ਕੰਪਨੀ ਦੀ ਜਿਹਨੂੰ ਕਿ ਇਹ ਕਮਰਸ਼ੀਅਲ ਪੇਪਰ ਇਸ਼ੂ ਕੀਤੇ ਜਾ ਰਹੇ ਨੇ, ਉਸੇ ਤਰ੍ਹਾਂ ਹੀ ਉਹਨਾਂ ਦਾ ਨਾਮ ਹੁੰਦਾ, ਜਿੱਦਾਂ ਫਾਈਨੈਂਸ਼ੀਅਲ ਪੇਪਰ ਹੋ ਗਿਆ ਜੇਕਰ ਕਿਸੇ ਫਾਈਨੈਂਸ਼ੀਅਲ ਕੰਪਨੀ ਨੂੰ ਇਸ਼ੂ ਕੀਤਾ ਜਾ ਰਿਹਾ ਹੈ, ਜੇਕਰ ਕਿਸੇ ਮੈਨੂਫੈਕਚਰਿੰਗ ਫਰਮ ਨੂੰ ਇਸ਼ੂ ਕੀਤਾ ਜਾ ਰਿਹਾ ਇਹਨੂੰ ਆਪਾਂ ਇੰਡਸਟਰੀਅਲ ਪੇਪਰ ਕਹਿ ਦਿੰਦੇ ਹਾਂ, ਜੇਕਰ ਕਿਸੇ ਕਾਰਪੋਰੇਟ ਜਿਵੇਂ ਇਨਫੋਸਿਸ ਵਗੈਰਾ ਹੋ ਗਏ, ਵਿਪਰੋ ਹੋ ਗਏ, ਉਹਨਾਂ ਨੂੰ ਇਸ਼ੂ ਕੀਤਾ ਜਾਏ ਤਾਂ ਇਹਨੂੰ ਫਿਰ ਕਾਰਪੋਰੇਟ ਪੇਪਰ ਆਪਾਂ ਬੋਲ ਦਿੰਦੇ ਹਾਂ। ਸੋ ਇਹ ਬੇਸਿਕਲੀ ਜਿਨ੍ਹਾਂ ਦੀ ਮਤਲਬ ਟੈਂਜੀਬਲ ਵਰਥ ਜਿਹੜੀ ਹੈ, ਨੈਟ ਵਰਥ ਕੰਪਨੀਜ਼ ਦੀ 50 ਕਰੋੜ ਰੁਪਏ ਤੋਂ ਜ਼ਿਆਦਾ ਹੋਵੇ, ਔਰ ਕ੍ਰੈਡਿਟ ਰੇਟਿੰਗ ਏਜੰਸੀ ਜਿਵੇਂ ਕ੍ਰਿਜ਼ਲ ਵਗੈਰਾ, ਇਕਰਾ ਵਗੈਰਾ, ਉਹਨਾਂ ਨੇ ਕਾਫੀ ਅੱਛੀ ਰੇਟਿੰਗ ਦਿੱਤੀ ਹੋਵੇ ਇਹਨਾਂ ਕੰਪਨੀਜ਼ ਦੀ, ਅਤੇ ਫਿਰ ਉਹਨਾਂ ਨੂੰ ਇਹ ਕਮਰਸ਼ੀਅਲ ਪੇਪਰਸ ਜਿਹੜੇ ਇਸ਼ੂ ਕੀਤੇ ਜਾਂਦੇ ਆ, ਔਰ ਇਹਨਾਂ ਦੇ ਉੱਤੇ ਵੀ ਕਾਫੀ ਜ਼ਿਆਦਾ ਇੰਟਰਸਟ ਹੁੰਦਾ ਹੈ। ਇਨਫੈਕਟ ਕਾਲ ਮਨੀ ਮਾਰਕੀਟ ਦੇ ਨਾਲੋਂ ਇਹਨਾਂ ਦਾ ਇੰਟਰਸਟ ਜਿਹੜਾ ਕਾਫੀ ਹਾਈ ਹੁੰਦਾ ਆ। ਔਰ ਬੈਂਕਸ ਕਈ ਵਾਰੀ ਕੀ ਹੈ
कॉल मनी मार्केट तो पैसा चुके क्योंकि उत्ते घੱਟ इंटरस्ट ਹੁੰਦਾ है तो वो पैसा ਜਿਹੜਾ ਆ ਇਹਦੇ ਥਰੂ ਕਮਰਸ਼ੀਅਲ ਪੇਪਰ ਦੇ ਵਿੱਚ ਇਨਵੈਸਟ ਕਰਕੇ ਕਿਉਂਕਿ ਜਿੱਦਾਂ ਮੰਨ ਲਓ ਕਾਲ ਮਨੀ ਮਾਰਕੀਟ 'ਚ 2% ਵਿਆਜ ਹੈ ਤੇ 6% ਵਿਆਜ ਹੈ ਤਾਂ ਫਿਰ 4% ਦਾ ਜਿਹੜਾ ਆਰਬਿਟਰੇਜ ਜਿਹਨੂੰ ਡਿਫਰੈਂਸ ਆਪਾਂ ਕਹਿ ਦਿੰਦੇ ਉਹਨੂੰ ਬੋਲਦੇ ਆ ਆਰਬਿਟਰੇਜ। ਤੇ ਆਰਬਿਟਰੇਜ ਔਨ ਕਰਦੇ ਨੇ ਬੈਂਕਸ ਇਹਦੇ ਵਿੱਚ ਇਨਵੈਸਟ ਕਰਕੇ ਰਾਈਟ। ਸੋ ਇਹਦਾ ਜਿਹੜਾ ਮੈਚੋਰਿਟੀ ਪੀਰੀਅਡ ਹੁੰਦਾ ਹੈ 7 ਦਿਨ ਤੋਂ ਲੈ ਕੇ 1 ਸਾਲ ਤੱਕ ਦਾ ਹੁੰਦਾ ਫਰੋਮ ਦਾ ਡੇਟ ਆਫ ਇਸ਼ੂ ਐਂਡ ਮਿਨੀਮਮ ਅਮਾਊਂਟ ਟੂ ਬੀ ਇਨਵੈਸਟਡ ਇਨ ₹5 ਲੱਖ ਔਰ ਮਲਟੀਪਲਾਈਜ਼ ਆਫ that and these need to have credit rating from credit rating agencies। commercial bills are same like bill of exchange ਦੇ ਵਿੱਚ ਬਾਇਰ ਜਿਹੜਾ ਸੈਲਰ ਨੂੰ ਦਿੰਦਾ ਆ ਠੀਕ ਹੈ ਇਸ ਕਰਕੇ ਇਹਨਾਂ ਨੂੰ ਟ੍ਰੇਡ ਬਿਲਸ ਵੀ ਬੋਲਦੇ ਆ and these are issued by financial institutions NBFCs scheduled commercial banks merchant banks and mutual funds। ਦੈਨ ਲਿਬੋਰ ਕੀ ਹੈ ਬੇਸਿਕਲੀ ਲੰਡਨ ਦੇ ਵਿੱਚ ਯੂਜ਼ ਹੁੰਦਾ ਹੈ ਜਿੱਥੇ ਕਿ ਜਿਹੜੇ ਬੈਂਕਸ ਵਗੈਰਾ ਨੇ ਇੱਕ ਐਵਰੇਜ ਰੇਟ ਆਫ ਇੰਟਰਸਟ ਦੇ ਉੱਤੇ ਬੋਰੋ ਵੀ ਕਰਦੇ ਨੇ ਲੈਂਡ ਵੀ ਕਰਦੇ ਨੇ ਠੀਕ ਹੈ। ਸੋ ਇਹ ਇਟ ਵਾਜ਼ ਡਿਵੈਲਪਡ ਬਾਈ ਬ੍ਰਿਟਿਸ਼ ਬੈਂਕਰਸ ਐਸੋਸੀਏਸ਼ਨ 1980s and it reflects market conditions for international funds ਔਰ ਮੰਨਿਆ ਜਾਂਦਾ ਹੈ ਕਿ approximately $350 trillion funds are tied to LIBOR। ਸੋ ਜਿਸ ਤਰ੍ਹਾਂ ਲੰਡਨ ਇੰਟਰਬੈਂਕ ਆਫਰ ਰੇਟ ਸੀਗਾ ਜਿਹਨੂੰ ਆਪਾਂ ਲਿਬੋਰ ਬੋਲਦੇ ਇਸੇ ਤਰ੍ਹਾਂ ਮੁੰਬਈ ਇੰਟਰਬੈਂਕ ਆਫਰ ਰੇਟ ਆ ਜਿਹਨੂੰ ਆਪਾਂ ਮਿਬੋਰ ਬੋਲਦੇ ਹਾਂ ਠੀਕ ਆ। ਸੋ ਇਹ ਡਿਵੈਲਪ ਕੀਤਾ ਗਿਆ ਸੀ ਨੈਸ਼ਨਲ ਸਟਾਕ ਐਕਸਚੇਂਜ ਦੁਆਰਾ 1998 ਦੇ ਵਿੱਚ। ਇਹਦੇ ਵਿੱਚ ਕੀ ਹੈ ਬੇਸਿਕਲੀ ਬੇਸਡ ਔਨ ਦਾ ਐਵਰੇਜ ਰੇਟ ਜਿਹੜਾ ਕਿ ਇਟ ਇਜ਼ ਪੂਲਡ ਫਰੋਮ ਬੇਸਿਕਲੀ 31 ਡਿਫਰੈਂਟ ਬੈਂਕਸ ਔਰ NBFCs ਠੀਕ ਹੈ। ਸੋ ਇਟ ਇਜ਼ ਅ weighted average interest rate at which banks and institutions in Mumbai lent in the call money market। ਦੈਨ ਨੋਟਿਸ ਮਨੀ ਆਪਾਂ ਕਰ ਲਿਆ ਕਿ ਜਿਹੜੀ ਕਿ 1 ਦਿਨ ਤੋਂ ਜ਼ਿਆਦਾ ਔਰ 14 ਡੇਜ਼ ਤੱਕ ਹੈ ਉਹਨੂੰ ਆਪਾਂ ਨੋਟਿਸ ਮਨੀ ਬੋਲਦੇ ਹਾਂ। ਸੋ ਦੈਟਸ ਆਲ ਫॉर ਟੁਡੇ ਥੈਂਕ ਯੂ ਵੈਰੀ ਮਚ।